ਅੱਜ ਆਪਾਂ 465 465 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਇਹ ਚਾਰ ਜਿਹੜੀਆਂ ਪੌੜੀਆਂ ਹੋ ਗਈਆਂ ਸੀ ਆਸਾ ਦੀ ਵਾਰ ਦੀਆਂ, ਤੇ ਉਸ ਤੋਂ ਅੱਗੇ ਆਪਾਂ ਨੇ ਲੈਣਾ ਹੈ। ਮਹਾਰਾਜ ਮਿਹਰ ਕਰਨ। अंग 465 465 ਸ਼ਲੋਕ ਮਹਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਇਹ ਜਿਹੜੀ ਹੈਗੀ ਪੰਜਵੀਂ ਜਿਹੜੀ ਹੈਗੀ ਆਪਾਂ ਪੌੜੀ, ਉਸ ਤੋਂ ਪਹਿਲਾਂ ਸ਼ਲੋਕ ਲੈ ਰਹੇ ਹਾਂ। ਇਹਦੇ ਵਿੱਚ ਜਿਹੜਾ ਹੈਗੇ ਮਹਾਰਾਜ ਆਪਾਂ ਨੂੰ ਇਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਚਾਰ ਜਿਹੜੀਆਂ ਪੌੜੀਆਂ ਆਪਾਂ ਨੇ ਲਈਆਂ ਸੀ, ਉਹਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ ਵੀ ਕਿ ਬਈ ਪਰਮਾਤਮਾ ਨੇ ਜਿਹੜੀ ਹੈਗੀ ਆ ਆਪਣੇ ਆਪ ਤੋਂ ਸ੍ਰਿਸ਼ਟੀ ਬਣਾਈ ਆ। ਉਹਨੇ ਜਿਹੜਾ ਹੈਗਾ ਪੰਜਾਂ ਤੱਤਾਂ ਦੀ ਰਚਨਾ ਆਪਣੇ ਆਪ ਤੋਂ ਕੀਤੀ ਆ, ਆਪਣੇ ਆਪ ਤੋਂ ਤੱਤ ਉਹਦੇ ਵਿੱਚੋਂ ਆਏ, ਔਰ ਉਹਨੇ ਸਾਰੀ ਦੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਉਹਦੇ ਵਿੱਚ ਹੀ ਹੈਗੀ ਮਾਲਕ ਪਰਮਾਤਮਾ ਦੇ। ਮਾਲਕ ਪਰਮਾਤਮਾ ਜਿਹੜਾ ਹੈਗਾ ਕੋਈ ਆਪਣੇ ਵਾਂਗੂ ਕੋਈ ਸਰੀਰ ਨਹੀਂ ਹੈਗਾ, ਇੱਕ ਜਗ੍ਹਾ 'ਤੇ ਨਹੀਂ ਹੈਗਾ, ਉਹ ਤਾਂ ਹਰ ਜਗ੍ਹਾ 'ਤੇ ਹੈਗਾ ਮਾਲਕ ਪਰਮਾਤਮਾ। ਅਤੇ ਜਦ ਮਾਲਕ ਨੇ ਖੇਡ ਬਣਾਈ ਆ ਅਤੇ ਉਸ ਤੋਂ ਨਿਕਲਣ ਦਾ ਰਸਤਾ ਵੀ ਬਣਾਇਆ ਆ। ਰਚਨਾ ਨਾਮ ਦੀ ਮਾਲਕ ਨੇ ਆਪ ਕੀਤੀ ਆ, ਅਤੇ ਉਹ ਇਸ ਖੇਡ ਨੂੰ ਪੂਰੀ ਤਰ੍ਹਾਂ ਕਰੇ ਆਸਣ ਡਿੱਠੋ ਚਾਓ। ਮਾਲਕ ਪਰਮਾਤਮਾ ਪੂਰੀ ਖੇਡ ਨੂੰ ਜਿਹੜਾ ਹੈਗਾ ਗੌਰ ਦੇ ਨਾਲ ਜਿਹੜਾ ਹੈਗਾ ਚਲਾ ਰਿਹਾ ਆ, ਦੇਖ ਰਿਹਾ ਆ। ਉਹਨੇ ਬਣਾਈ ਆ, ਉਹਦੀ ਜ਼ਿੰਮੇਵਾਰੀ ਹੈਗੀ ਆ। ਅਤੇ ਉਸ ਤੋਂ ਬਾਅਦ ਉਹਨੇ ਇਹ ਸਾਰੀ ਦੀ ਸਾਰੇ ਜੀਵ ਇੰਨੇ ਜੀਵ ਜਿਹੜੇ ਸ੍ਰਿਸ਼ਟੀ ਦੇ ਵਿੱਚ ਜਿਹੜੇ ਹੈਗੇ ਭੇਜੇ ਆ, ਇਹਨਾਂ ਦਾ ਫਿਰ ਜਿਹੜਾ ਲੇਖਾ ਜੋਖਾ ਕਰਨ ਵਾਸਤੇ ਧਰਮਰਾਜ ਬਿਠਾਇਆ ਆ। ਔਰ ਲਿਵ ਔਰ ਧਾਤ ਦੀ ਖੇਡ ਹੈਗੀ ਆ। ਨਿਕਲਣ ਦਾ ਲਿਵ ਦਾ ਰਸਤਾ ਹੈਗਾ, ਔਰ ਧਾਤ ਜਿਹੜਾ ਮੈਟਰ ਪਦਾਰਥ ਆਕਾਰ ਜਿਹੜਾ ਹੈਗਾ ਉਹ ਜਿਹੜਾ 84 ਲੱਖ ਜੂਨਾਂ ਦਾ ਹੈਗਾ ਬਾਈ। ਇਹ ਡੁਆਲਿਟੀ ਦੋ ਪਾਸੇ ਦੀ ਯਾਤਰਾ ਹੈਗੀ। ਇਨਸਾਨ ਨੂੰ ਚੋਇਸ ਹੈ, ਜਿਹੜੇ ਪਾਸੇ ਮਰਜ਼ੀ ਜਿਹੜਾ ਹੈਗਾ ਉਹ ਕਦੀ ਮਰਜ਼ੀ ਕਿਸੇ ਵੀ ਟਾਈਮ 'ਤੇ ਸ਼ਿਫਟ ਹੋ ਸਕਦਾ ਹੈ। ਅਤੇ ਇਸ ਤੋਂ ਬਾਅਦ ਜਿਹੜਾ ਹੈਗਾ ਮਹਾਰਾਜ ਜਿਹੜੇ ਤੀਸਰੀ ਪੌੜੀ ਦੇ ਵਿੱਚ ਦੱਸਦੇ ਆ, ਕਹਿੰਦੇ ਕਿ ਆਪਣਾ ਜਿਹੜਾ ਹੈਗਾ ਇਨਸਾਨ ਜਿਹੜਾ ਮਨ ਦੇ ਪਿੱਛੇ ਚੱਲਦਾ ਹੈ, ਯਾਤਰਾ ਮਨ ਦੇ ਪਿੱਛੇ ਕਰਦਾ ਹੈ, ਅਤੇ ਉਹ ਜਿਹੜਾ ਹੈਗਾ ਮਨ ਦੇ ਪਿੱਛੇ ਚੱਲ ਕੇ ਅਤੇ ਜਨਮ ਆਪਣਾ ਗਵਾ ਦਿੰਦਾ ਹੈ। ਚਾਂਸ ਜਿਹੜਾ ਮਿਲਿਆ ਮਨੁੱਖੀ ਜੂਨ ਜਿਹੜੀ ਹੈਗੀ, ਉਹ ਨਿਕਲਣ ਦਾ ਰਸਤਾ ਸਿਰਫ ਮਨੁੱਖੀ ਜੂਨ ਦੇ ਵਿੱਚ ਹੈਗਾ। ਇਸ ਖੇਡ 'ਚੋਂ ਬਾਹਰ ਨਿਕਲਣ ਦਾ ਰਸਤਾ ਜਿਹੜਾ ਹੈਗਾ ਉਹ ਮਨੁੱਖੀ ਜੂਨ 'ਚ ਹੈ। ਬਾਕੀ ਜਿਹੜੀ ਹੈਗੀ ਆ ਇਹ ਜਿਹੜਾ ਜਿਸ ਤਰ੍ਹਾਂ ਜਿਹੜੀ ਹੈਗੀ ਕੋਈ ਚੀਜ਼ ਭੌਂ ਰਹੀ ਆ, ਇਹ ਜਿਹੜੀ ਹੈਗੀ ਇਹ ਸ੍ਰਿਸ਼ਟੀ ਜਿਹੜੀ ਹੈਗੀ ਆ ਭੌਂਦੀ ਹੈ। ਪੂਰੀ ਦੀ ਪੂਰੀ ਸ੍ਰਿਸ਼ਟੀ ਜਿਹੜੀ ਹੈਗੀ ਘੁੰਮ ਰਹੀ ਹੈ, ਔਰ ਉਹਦੇ ਵਿੱਚ ਜਿਹੜਾ ਹੈਗਾ ਇਹ ਜਦ ਤੱਕ ਮਾਲਕ ਪਰਮਾਤਮਾ ਦੀ ਮਰਜ਼ੀ ਹੈਗੀ ਖੇਡ ਦੇ ਵਿੱਚ ਆਪਾਂ ਨਹੀਂ ਨਿਕਲ ਨਹੀਂ ਸਕਦੇ। ਜੇ ਆਪਾਂ ਉਹ ਰਸਤਾ ਜਿਹੜਾ ਮਾਲਕ ਪਰਮਾਤਮਾ ਨੇ ਬਣਾਇਆ ਆ, ਉਹ ਰਸਤਾ ਰੱਖਿਆ ਆ, ਜੇ ਆਪਾਂ ਉਸ ਰਸਤੇ ਦੇ ਵਿੱਚ ਉਸ ਰਸਤੇ ਨੂੰ ਨਹੀਂ ਫੜਦੇ, ਉਹ ਲਿਵ ਵਾਲਾ ਰਸਤਾ ਹੈਗਾ, ਉਹ ਧਿਆਨ ਸਿਮਰਨ ਵਾਲਾ ਰਸਤਾ ਹੈਗਾ। ਔਰ ਭਟਕ ਕੇ ਇਨਸਾਨ ਜਿਹੜਾ ਹੈਗਾ ਚੌਥੀ ਜਿਹੜੀ ਹੈਗੀ ਪੌੜੀ ਉਹਦੇ ਵਿੱਚ ਦੱਸਦੇ ਆ ਮਹਾਰਾਜ ਜੀ, ਭਟਕ ਕੇ ਇਨਸਾਨ ਜਿਹੜਾ ਹੈਗਾ ਖੁਆਰ ਹੋ ਕੇ ਜਦ ਜਿਹੜਾ ਹੈਗਾ ਥੱਕ ਜਾਂਦਾ ਹੈ, ਚੈਨ ਨਹੀਂ ਆਉਂਦਾ, ਤ੍ਰਿਪਤੀ ਨਹੀਂ ਹੈਗੀ ਆ, ਅਤੇ ਫਿਰ ਕਿਤੇ ਜਿਹੜਾ ਹੈਗਾ ਇਹਦੇ ਵੱਲੋਂ ਡਿਮਾਂਡ ਨਿਕਲਦੀ ਹੈ, ਅਤੇ ਸਤਿਗੁਰੂ ਜਿਹੜੇ ਹੈਗੇ ਉਹਨਾਂ ਨੂੰ ਸਤਿਗੁਰੂ ਮਿਲ ਜਾਂਦੇ, ਗਿਆਨ ਮਿਲ ਜਾਂਦਾ ਹੈ। ਨਿਕਲਣ ਦਾ ਰਸਤਾ ਜਿਹੜਾ ਹੈਗਾ ਸਤਿਗੁਰੂ ਨਿਕਲਣ ਦਾ ਰਸਤਾ ਦੱਸ ਦਿੰਦੇ। ਅਤੇ ਉਹ ਡਿਮਾਂਡ ਐਂਡ ਸਪਲਾਈ ਦੀ ਗੱਲ ਹੈਗੀ ਆ। ਇਸ ਤੋਂ ਅੱਗੇ ਹੁਣ ਜਿਹੜਾ ਹੈਗਾ ਪੰਜਵੀਂ ਜਿਹੜੀ ਹੈਗੀ ਆਪਾਂ ਪੰਜਵੀਂ ਪੌੜੀ ਲੈ ਰਹੇ ਹਾਂ। ਇਹਦੇ ਵਿੱਚ ਆਪਾਂ ਦੇਖੀਏ ਮਹਾਰਾਜ ਜਿਹੜੇ ਹੈਗੇ ਆਪਾਂ ਨੂੰ ਕੀ ਗਿਆਨ ਦੇ ਰਹੇ। ਸ਼ਲੋਕ ਮਹਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ।
ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ। ਇਹ ਮਹਾਰਾਜ ਜਿਹੜੇ ਹੈਗੇ ਆਪਾਂ ਨੂੰ ਇਹ ਜਿੱਥੇ ਆਪਾਂ ਨੂੰ ਭੇਜਿਆ ਹੈਗਾ, ਇਹ ਸ੍ਰਿਸ਼ਟੀ ਜਿਹੜੀ ਹੈਗੀ, ਇਹ ਸੰਸਾਰ ਜਿਹੜਾ ਹੈਗਾ, ਇਹਦੇ ਬਾਰੇ ਦੱਸ ਰਹੇ ਭਾਈ। ਇਹਦੇ ਵਾਸਤੇ ਕਹਿੰਦੇ ਤੈਨੂੰ ਜਿਹੜਾ ਹੈਗਾ ਬਸ ਜਦ ਤੈਨੂੰ ਮਾਂ ਦੇ ਪੇਟ 'ਚ ਗਿਆ ਆ ਤੇ ਤੇਰਾ ਸਮਾਂ ਸ਼ੁਰੂ ਹੋ ਜਾਂਦਾ ਹੈ। ਘੜੀ ਚੱਲ ਪੈਂਦੀ ਹੈ ਕਹਿੰਦੇ। ਘੜੀਆਂ ਸਭੇ ਗੋਪੀਆਂ, ਜਿਵੇਂ ਗੋਪੀਆਂ ਜਿਹੜੀਆਂ ਹੈਗੀਆਂ ਕ੍ਰਿਸ਼ਨ ਦੇ ਦੁਆਲੇ ਘੁੰਮਦੀਆਂ ਸੀਗੀਆਂ, ਉਸ ਤਰੀਕੇ ਦੇ ਨਾਲ ਕਹਿੰਦੇ ਆ ਇਹ ਘੜੀ ਜਿਹੜੀ ਹੈਗੀ ਸਮਾਂ ਹੈਗਾ 24 ਮਿੰਟ ਦੀ ਘੜੀ ਹੁੰਦੀ ਆ। ਕਹਿੰਦੇ ਘੜੀਆਂ ਸਾਰੀਆਂ ਦੀਆਂ ਸਾਰੀਆਂ ਪਹਿਰਾਂ ਦੇ ਦੁਆਲੇ ਘੁੰਮਦੀਆਂ ਹੈ। ਪਹਿਰ ਜਿਹੜੇ ਹੈਗੇ ਆ 4 ਪਹਿਰ ਦਿਨ ਔਰ 4 ਪਹਿਰ ਰਾਤ, 3 ਘੰਟੇ ਦਾ ਇੱਕ ਪਹਿਰ ਹੋ ਗਿਆ। ਕਹਿੰਦੇ ਪਹਿਰ ਦੇ ਦੁਆਲੇ ਘੜੀਆਂ ਘੁੰਮ ਰਹੀਆਂ। ਇਸ ਤਰੀਕੇ ਦੇ ਨਾਲ ਸਮਾਂ ਜਿਹੜਾ ਹੈਗਾ ਘੁੰਮੀ ਜਾ ਰਿਹਾ, ਸਮਾਂ ਤੇਰਾ ਜਿਹੜਾ ਹੈਗਾ ਘਟੀ ਜਾ ਰਿਹਾ ਹੈ। ਇਹ ਮਾਲਕ ਨੇ ਜਿਹੜੀ ਜਿੱਥੇ ਤੈਨੂੰ ਮੈਂ ਭੇਜ ਰਿਹਾ, ਜਿੱਥੇ ਤੂੰ ਜਾ ਰਿਹਾ ਆ, ਉਹ ਸਮਾਂ ਦੇ ਵਿੱਚ ਹੈਗਾ। ਉੱਥੇ ਸਾਰੀ ਚੀਜ਼ ਜਿਹੜੀ ਹੈਗੀ ਆ ਗਤੀਮਾਨ ਹੈ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤ ਚੰਦ ਸੂਰਜ ਅਵਤਾਰ। ਔਰ ਆਹ ਜਿਹੜੀ ਸ੍ਰਿਸ਼ਟੀ ਜਿੱਥੇ ਮੈਂ ਭੇਜ ਰਿਹਾ, ਇਹਨੇ ਆਹ ਗਹਿਣੇ ਪਾਏ ਹੋਏ ਆ। ਹਵਾ, ਪਾਣੀ, ਅੱਗ ਤੇ ਚੰਦ ਸੂਰਜ 2 ਅਵਤਾਰ ਹੈਗੇ ਪ੍ਰਕਾਸ਼ ਦੇਣ ਦੇ ਵਾਸਤੇ। ਸਗਲੀ ਧਰਤੀ ਮਾਲ ਤਨ ਵਰਤਣ ਸਰਬ ਜੰਜਾਲ। ਔਰ ਸਾਰੀ ਦੀ ਸਾਰੀ ਧਰਤੀ ਜਿਹੜੀ ਹੈਗੀ ਆ ਉਹਦੇ ਵਿੱਚ ਪਦਾਰਥ ਪਾਏ ਹੋਏ ਆ। ਮਾਲ ਤਨ ਸਾਰਾ ਧਰਤੀ ਦੇ ਵਿੱਚੋਂ ਨਿਕਲਣਾ, ਧਰਤੀ ਦੇ ਵਿੱਚ ਹੀ ਰਹਿ ਜਾਣਾ, ਕੋਈ ਇਹਨੂੰ ਲਿਜਾ ਨਹੀਂ ਸਕਦਾ। ਸਗਲੀ ਧਰਤੀ ਮਾਲ ਤਨ ਵਰਤਣ ਸਰਬ ਜੰਜਾਲ। ਔਰ ਸਾਰਾ ਜਿਹੜਾ ਜੰਜਾਲ ਇਸੇ ਮਾਲ ਤਨ ਦੇ ਨਾਲ ਜਿਹੜਾ ਹੈਗਾ, ਜਿੰਨੇ ਵੀ ਜੀਵ ਆਉਂਦੇ ਆ ਇਸੇ ਦੇ ਨਾਲ ਵਰਤਦੇ ਆ। ਇਹੀ ਜੰਜਾਲ ਹੈਗੇ, ਇਹੀ ਜਿਹੜਾ ਹੈਗਾ ਸਮਾਂ ਜਿਹੜਾ ਹੈਗਾ ਇਨਸਾਨ ਦਾ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਣ ਪੁਣੇ ਦੇ ਵਿੱਚ ਹੀ ਜਿਹੜਾ ਹੈਗਾ ਸਮਾਂ ਜਿਹੜਾ ਹੈ ਚਲੇ ਜਾਂਦਾ। ਨਾਨਕ ਮੁੱਸੇ ਲੁੱਟੇ ਜਾਂਦੇ ਆ। ਗਿਆਨ ਵਿਹੂਣੀ ਸਾਰੀ ਸ੍ਰਿਸ਼ਟੀ, ਸਾਰੀ ਲੁਕਾਈ ਜਿਹੜੀ ਹੈਗੀ ਇਸ ਤਰ੍ਹਾਂ ਲੁੱਟੀ ਜਾਂਦੀ ਆ। ਨਾਨਕ ਮੁੱਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਜਮਕਾਲ ਜਿਹੜਾ ਹੈਗਾ, ਕਾਲ ਜਿਹੜਾ ਹੈਗਾ, ਸਮਾਂ ਜਿਹੜਾ ਹੈਗਾ, ਉਹ ਜਿਹੜਾ ਹੈਗਾ ਮਨੁੱਖੀ ਜੂਨ ਕਹਿ ਲਓ। ਬਾਕੀ ਜੂਨਾਂ ਤਾਂ ਜਿਹੜੀਆਂ ਹੈਗੀਆਂ ਭੋਗੀ ਜੂਨਾਂ ਹੈਗੀਆਂ, ਉਹ ਸਾਰੀ ਦੀ ਸਾਰਾ ਜਿਹੜਾ ਚਾਂਸ ਇਨਸਾਨ ਦਾ ਜਿਹੜਾ ਗਵਾ ਦਿੰਦੇ ਆਪਾਂ। ਇਸ ਤਰ੍ਹਾਂ ਉਹ ਚਾਂਸ ਖਾਧਾ ਜਾਂਦਾ ਹੈ ਭਾਈ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ। ਸਗਲੀ ਧਰਤੀ ਮਾਲ ਤਨ ਵਰਤਣ ਸਰਬ ਜੰਜਾਲ। ਸਾਰੀ ਦੁਨੀਆ ਇਸੇ ਤਰ੍ਹਾਂ ਵਰਤ ਰਹੀ ਹੈ ਭਾਈ, ਇਹਨਾਂ ਦੇ ਵਿੱਚ ਹੀ ਮਾਲ ਤਨ ਦੇ ਵਿੱਚ। ਨਾਨਕ ਮੁੱਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਗਿਆਨ ਨਹੀਂ ਹੈਗਾ, ਇਸ ਕਰਕੇ ਠੱਗੇ ਜਾ ਰਹੇ, ਲੁੱਟੇ ਜਾ ਰਹੇ। ਜਮਕਾਲ ਜਿਹੜਾ ਹੈਗਾ ਖਾ ਰਿਹਾ ਹੈ। ਮਾਲਕ ਪਰਮਾਤਮਾ ਦੀ ਗੇਮ ਹੈ, ਖੇਡ ਹੈਗੀ ਜੀ। ਮਹੱਲਾ ਪਹਿਲਾ। ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਭਗਤੀ ਦੇ ਨਾਮ ਦੇ ਉੱਤੇ ਦੱਸ ਰਹੇ ਆ ਭਾਈ, ਵੀ ਭਗਤੀ ਦੇ ਨਾਮ ਤੇ ਕੀ ਹੋ ਰਿਹਾ ਦੁਨੀਆ ਦੇ ਵਿੱਚ। ਨਿਕਲਣ ਦਾ ਰਸਤਾ ਜਿਹੜਾ ਹੈਗਾ ਉਹਨੂੰ ਆਹ ਰਸਤਾ ਸਮਝ ਰਹੇ ਆ, ਨਿਕਲਣ ਦਾ ਰਸਤਾ, ਔਰ ਸ਼ੁਰੂ ਤੋਂ ਸਮਝੀ ਜਾ ਰਹੇ ਆ। ਵਾਇਨ ਚੇਲੇ ਨੱਚਣ ਗੁਰ। ਕਹਿੰਦੇ ਚੇਲੇ ਜਿਹੜੇ ਹੈਗੇ ਸਾਜ਼ ਵਜਾ ਰਹੇ ਔਰ ਗੁਰੂ ਜਿਹੜੇ ਹੈਗੇ ਨੱਚ ਰਹੇ ਚੇਲਿਆਂ ਦੇ ਸਾਜ਼ ਦੇ ਉੱਤੇ। ਕੋਈ ਜਿਹੜੇ ਹੈਗੇ ਇੱਥੇ ਜਿਹੜੇ ਹੈਗੇ ਬਣੇ ਹੋਏ ਆ, ਜਿਹੜੇ ਲੀਡਰ ਮਹਾਂਪੁਰਖ ਕਹਿ ਲਓ, ਔਰ ਜੋ ਵੀ ਜਿਹੜੇ ਹੈਗੇ ਧਰਮ ਦੇ ਠੇਕੇਦਾਰ, ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਧਰਮ ਦੇ ਨਾਮ ਦੇ ਉੱਤੇ ਆਹ ਚੀਜ਼ ਹੋ ਰਹੀ ਹੈ। ਪੈਰ ਹਲਾਇਨ ਫੇਰਨ ਸਿਰ। ਔਰ ਪੂਰਾ ਜਿਹੜਾ ਹੈਗਾ ਰਾਸ ਲੀਲਾ ਕਰ ਰਹੇ ਆ। ਪੈਰ ਹਲਾਇਨ ਫੇਰਨ ਸਿਰ, ਅਰਥਾਤ ਜਿਹੜੇ ਵੀ ਜੀਵ ਆਉਂਦੇ ਆ ਦੁਨੀਆ ਦੇ ਵਿੱਚ ਜਿਹੜਾ ਹੈਗਾ, ਉਹਨਾਂ ਨੂੰ ਉਹ ਆਪਣਾ ਜਿਹੜਾ ਹੈਗਾ ਆਪਣਾ ਰੋਲ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਨਿਭਾਉਂਦੇ ਆ ਭਾਈ। ਆਪਣਾ ਰੋਲ ਇਸ ਤਰ੍ਹਾਂ ਨੱਚ ਟੱਪ ਕੇ ਜਿਹੜਾ ਹੈਗਾ ਜੋ ਉਹਨਾਂ ਦਾ ਰੋਲ ਹੈਗਾ ਉਹ ਪੂਰਾ ਕਰਕੇ ਆਪਣਾ ਚਲੇ ਜਾਂਦੇ ਆ।
ਜਿਵੇਂ ਕੋਈ ਸਾਜ਼ ਵਜਾ ਰਿਹਾ ਹੋਏ ਔਰ ਕੋਈ ਨੱਚ ਰਿਹਾ ਹੋਏ ਉਹਦੇ ਉੱਤੇ ਜਿਹੜੇ ਹੈਗੇ ਆ, ਇਸ ਤਰ੍ਹਾਂ ਜਿਹੜੇ ਹੈਗੇ ਗੁਰੂ ਔਰ ਚੇਲੇ ਜਿਹੜੇ ਹੈਗੇ ਆ, ਇਹ ਜਿਹੜੇ ਸਾਰੇ ਜਿਹੜੇ ਹੈਗੇ ਜਿਹੜੇ ਸਮਾਜ ਦੇ ਵਿੱਚ, ਦੁਨੀਆ ਦੇ ਵਿੱਚ ਜਿਹੜੇ ਹੈਗੇ ਐਵੇਂ ਦੇ ਆਪਣਾ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਹੈਗੀ ਉਹਨੂੰ ਲੁਟਾ ਰਹੇ ਆ। ਵਾਇਨ ਚੇਲੇ ਨੱਚਨੇ ਗੁਰ, ਪੈਰ ਹਲਾਇਨ ਫੇਰਨ ਸਿਰ, ਉੜ ਉੜ ਰਾਵਾ ਝਾਟੇ ਪਾਏ। ਔਰ ਉਹਨਾਂ ਨੂੰ ਮਿਲਦਾ ਕੀ ਆ, ਕਹਿੰਦੇ ਕਿ ਨਾਚ ਕਰਦੇ ਪੈਰਾਂ ਦੇ ਨਾਲ, ਕਹਿੰਦੇ ਮਿੱਟੀ ਸਿਰ 'ਚ ਪੈ ਜਾਂਦੀ ਆ। ਔਰ ਵੈਸੇ ਵੀ ਲੈ ਕੇ ਕੀ ਜਾਂਦੇ ਆ, ਮਿੱਟੀ ਤੋਂ ਇਲਾਵਾ ਹੋਰ ਕੀ ਲੈ ਕੇ ਜਾਂਦੇ ਆ? ਮਨੁੱਖੀ ਜੂਨ ਦੀ ਖੱਟੀ ਕੀ ਹੁੰਦੀ ਹੈ? ਕੁਛ ਵੀ ਨਹੀਂ। ਉੜੇ ਉੜੇ ਰਾਵਾ ਝਾਟੇ ਪਾਏ, ਵੇਖਿਆ ਲੋਕ ਹਾਸੇ ਕਰ ਜਾਏ। ਔਰ ਲੋਕੀ ਜਿਹੜੇ ਹੈਗੇ ਧਰਮ ਦੇ ਨਾਮ ਦੇ ਉੱਤੇ ਦੇਖ ਲਓ, ਜਾਂ ਜਿਹੜਾ ਹੈਗਾ ਰਾਮਲੀਲਾ ਦੇਖ ਲਓ, ਜਾਂ ਜਿਹੜੀ ਹੈਗੀ ਆ ਕ੍ਰਿਸ਼ਨ ਲੀਲਾ ਦੇਖ ਲਓ, ਆਹੀ ਕੁਛ ਹੁੰਦਾ ਹੈ ਸਾਰਾ ਦਾ ਸਾਰਾ। ਵੇਖਿਆ ਲੋਕ ਹਾਸੇ ਕਰ ਜਾਏ, ਲੋਕੀ ਵੇਖਦੇ ਆ ਔਰ ਜਿਹੜੇ ਹੈਗੇ ਉਹਦੇ ਵਿੱਚ ਜਿਹੜਾ ਹੈਗਾ ਮਸਾਲਾ ਪਾਉਂਦੇ ਆ, ਉਹਨਾਂ ਦਾ ਹਾਸੇ ਦਾ ਜਿਹੜੇ ਹੈਗੇ ਰੋਲ ਐਸੇ ਐਸੇ ਦੇ ਦਿੰਦੇ, ਐਸੇ ਐਸੇ ਬੋਲ ਐਸੇ ਐਸੇ ਜਿਹੜੇ ਹੈਗੇ ਉਹਦੇ ਵਿੱਚ ਜਿਹੜੇ ਹੈਗੇ ਛੱਡਦੇ ਆ ਇਹ ਹੱਸਣ ਦੀਆਂ। ਲੋਕੀ ਹੱਸਦੇ ਆ ਜਾ ਕੇ ਘਰ ਜਾ ਕੇ। ਖੱਟੀ ਕੀ ਲੈ ਕੇ ਗਏ, ਗਿਆਨ ਕੀ ਲੈ ਕੇ ਗਏ ਲੋਕੀ? ਕੁਛ ਵੀ ਨਹੀਂ। ਵੇਖੇ ਲੋਕ ਹੱਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ। ਕਹਿੰਦੇ ਉਹ ਤਾਂ ਸਿਰਫ ਪੇਟ ਦੀ ਖਾਤਰ, ਰੋਟੀਆਂ ਦੀ ਖਾਤਰ, ਮਾਇਆ ਦੀ ਖਾਤਰ, ਪਦਾਰਥਾਂ ਦੀ ਖਾਤਰ ਜਿਹੜੇ ਹੈਗੇ ਇੱਕ ਤਾਲ ਪੂਰਾ ਕਰ ਰਹੇ ਆਪਣਾ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ, ਔਰ ਪੂਰੀ ਸਿੱਦਤ ਦੇ ਨਾਲ ਕਰ ਰਿਹਾ ਇਹ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਇਨਵਾਲਵ ਹੈਗੇ ਇਹਦੇ ਵਿੱਚ। ਇਸੇ ਨੂੰ ਭਗਤੀ ਸਮਝਿਆ ਹੋਇਆ। ਆਪ ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ। ਕੀ ਗਾਉਂਦੇ ਆ, ਕੀ ਗਿਆਨ ਦਿੰਦੇ ਆ? ਗੋਪੀਆਂ ਕ੍ਰਿਸ਼ਨ ਲੀਲਾ ਕਰਦੇ ਆ। ਗੋਪੀਆਂ ਦਾ ਰੋਲ ਕੋਈ ਕ੍ਰਿਸ਼ਨ ਬਣ ਜਾਂਦਾ, ਕੋਈ ਗੋਪੀਆਂ ਬਣ ਜਾਂਦਾ, ਕੋਈ ਬਣ ਜਾਂਦਾ। ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਜਾਂ ਫਿਰ ਰਾਮਲੀਲਾ ਕਰ ਲੈਂਦੇ ਆ ਸੀਤਾ ਦੀ, ਰਾਜੇ ਰਾਮ ਦੀ। ਇਹਦੇ ਵਿੱਚ ਜਿਹੜਾ ਹੈਗਾ ਭਗਤੀ ਨਾਮ ਦੀ ਚੀਜ਼ ਕਿਹੜੀ ਹੋ ਗਈ ਭਾਈ? ਉਹ ਮਾਲਕ ਪਰਮਾਤਮਾ ਜਿਹਨੇ ਰਚਨਾ ਕੀਤੀ, ਜਿਹਨੇ ਖੇਡ ਬਣਾਈ ਆ, ਉਹਦਾ ਕੀ ਰੋਲ ਹੈ ਇਹਦੇ ਵਿੱਚ? ਉਹ ਕਿੱਥੇ ਹੈਗਾ ਇਹਨਾਂ ਦੀ ਭਗਤੀ ਦੇ ਵਿੱਚ? ਨਿਰਭਉ ਆਪਾਂ ਇਹ ਨਾ ਸਮਝੀਏ ਕਿ ਜਿਹੜਾ ਪਾਰਟੀਕੂਲਰਲੀ ਇੱਕ ਜਿਹੜਾ ਹਿੰਦੂ ਧਰਮ ਨੂੰ ਕਹਿ ਰਹੇ ਨਾ, ਸਾਰੇ ਦੇ ਸਾਰੇ ਧਰਮਾਂ ਦੇ ਵਿੱਚ ਆਹੀ ਕੁਛ ਹੋ ਰਿਹਾ ਹੈ। ਉਹ ਭਗਤੀ ਨਹੀਂ ਹੈਗੀ ਆ ਜਿਹੜੀ ਹੁਣ ਅੱਗੇ ਦੱਸਣ ਲੱਗੇ ਆ ਮਹਾਰਾਜ। ਨਿਰਭਉ ਨਿਰੰਕਾਰ ਸੱਚ ਨਾਮ, ਉਹ ਤਾਂ ਨਿਰਭਉ ਨਿਰੰਕਾਰ ਹੈ, ਆਕਾਰ ਹੀ ਨਹੀਂ ਹੈ ਉਸ ਮਾਲਕ ਪਰਮਾਤਮਾ ਦਾ। ਔਰ ਉਹਦਾ ਨਾਮ ਸੱਚਾ ਹੈਗਾ, ਉਹਦਾ ਨਾਮ ਸੱਚ ਹੈਗਾ। ਨਾਮ ਦੇ ਨਾਲ ਜੁੜ ਜਾਂਦੇ ਤੇ ਸੱਚ ਦੇ ਨਾਲ ਜੁੜ ਜਾਣਾ ਸੀ। ਨਿਰਭਉ ਨਿਰੰਕਾਰ ਸੱਚ ਨਾਮ, ਜਾਂ ਕਾ ਕੀਆ ਸਗਲ ਜਹਾਨ। ਜਿਸ ਮਾਲਕ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਉਹਨੂੰ ਤਾਂ ਕੋਈ ਪੁੱਛਦਾ ਵੀ ਨਹੀਂ ਹੈਗਾ, ਭੁੱਲੇ ਬੈਠੇ ਆ। ਨਿਰਭਉ ਨਿਰੰਕਾਰ ਸੱਚ ਨਾਮ, ਜਾਂ ਕਾ ਕੀਆ ਸਗਲ ਜਹਾਨ। ਸੇਵਕ ਸੇਵੈ ਕਰਮੇ ਚੜਾਓ। ਕੋਈ ਟਾਵੇਂ ਹੈਗੇ ਆ ਭਾਈ ਸੇਵਕ ਜਿਹੜੇ ਹੈਗੇ, ਉਹ ਸੇਵਾ ਕਰ ਰਹੇ ਆ। ਉਹਨਾਂ ਨੂੰ ਗਾਈਡ ਮਿਲ ਗਏ, ਗੁਰੂ ਮਿਲ ਗਏ, ਸਤਿਗੁਰੂ ਮਿਲ ਗਏ, ਬ੍ਰਹਮ ਗਿਆਨੀ ਮਿਲ ਗਏ, ਸਹੀ ਰਸਤਾ ਮਿਲ ਗਿਆ। ਕਰਮਾਂ ਦੇ ਨਾਲ ਉਹਨਾਂ ਦੀ ਚੜ੍ਹਾਈ ਹੁੰਦੀ ਹੈ। ਕਰਮੇ ਚੜਾਓ, ਪਿੰਨੀ ਰਹਿਣ ਜਿਨ੍ਹਾਂ ਮਨੇ ਚਾਓ। ਉਹਨਾਂ ਦੀ ਜਿਹੜੀ ਹੈ ਜੀਵਨ ਯਾਤਰਾ, ਜੀਵਨ ਦੀ ਰਾਤ ਕਹਿੰਦੇ ਭਿੱਜ ਜਾਂਦੀ ਆ। ਅੰਮ੍ਰਿਤ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਖੁਸ਼ੀ ਖੇੜੇ ਦੇ ਨਾਲ ਜਿਹੜੀ ਹੈਗੀ ਉਹਨਾਂ ਦੀ ਜ਼ਿੰਦਗੀ ਗੁਜ਼ਰਦੀ ਹੈ। ਪਿੰਨੀ ਰਹਿਣ ਜਿਨ੍ਹਾਂ ਮਨੇ ਚਾਓ, ਜਿਨ੍ਹਾਂ ਦੇ ਮਨ 'ਚ ਚਾਹ ਹੁੰਦਾ ਹੈ ਭਗਤੀ ਦਾ। ਕਿੱਥੋਂ ਉਹਨਾਂ ਨੇ ਜਿਹੜਾ ਹੈਗਾ ਇਹ ਕਿੱਥੋਂ ਮਿਲ ਗਿਆ ਉਹਨਾਂ ਨੂੰ ਇਹ ਨੁਕਤਾ, ਉਹਨਾਂ ਨੂੰ ਸਹੀ ਰਸਤਾ? ਸਿੱਖੀ ਸਿੱਖਿਆ ਗੁਰ ਵਿਚਾਰ। ਉਹਨਾਂ ਨੇ ਗੁਰੂ ਕੋਲੋਂ, ਗੁਰੂ ਨੂੰ ਵਿਚਾਰਿਆ ਉਹਨਾਂ ਨੇ, ਗੁਰੂ ਤੋਂ ਇਹ ਸਿੱਖਿਆ ਲੈ ਲਈ ਭਗਤੀ ਕਰਨ ਦੀ, ਸੇਵਾ ਕਰਨ ਦੀ, ਕਰਮਾਂ ਦੇ ਨਾਲ ਚੜ੍ਹਾਈ। ਇਹ ਗੁਰੂ ਕੋਲੋਂ ਲਈ ਉਹਨਾਂ ਨੇ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਨੂੰ ਵਿਚਾਰਿਆ ਉਹਨਾਂ ਨੇ, ਖਾਲੀ ਪੜ੍ਹਿਆ ਨਹੀਂ, ਖਾਲੀ ਗਾਇਆ ਨਹੀਂ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਇਸ ਤਰੀਕੇ ਦੇ ਨਾਲ ਬਖਸ਼ਿਸ਼ ਹੋ ਜਾਂਦੀ ਹੈ ਮਾਲਕ ਪਰਮਾਤਮਾ ਦੀ, ਔਰ ਨਦਰ ਦੇ ਨਾਲ ਜਿਹੜਾ ਹੈਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਲਗਾਉਣਾ ਉਹਨੇ ਹੈ, ਨਦਰੀ ਕਰਮ ਲੰਘਾਏ ਪਾਰ। ਲੰਘਾਉਣ ਵਾਲਾ ਮਾਲਕ ਹੈਗਾ, ਨਹੀਂ ਤਾਂ ਕੋਲੂ ਚਰਖਾ ਚੱਕੀ ਚੱਕ
ਕੋਹਲੂ ਦੇਖ ਲਓ, ਚਰਖਾ ਦੇਖ ਲਓ, ਘੁੰਮੀ ਜਾ ਰਿਹਾ, ਕੋਹਲੂ ਵੀ ਘੁੰਮੀ ਜਾ ਰਿਹਾ, ਚੱਕੀ ਘੁੰਮੀ ਜਾ ਰਹੀ, ਕੁਮਾਰ ਦਾ ਚੱਕ ਘੁੰਮੀ ਜਾ ਰਿਹਾ, ਥਲ ਵਰੋਲੇ ਵਾਹ ਵਰੋਲੇ ਘੁੰਮੀ ਜਾ ਰਹੇ, ਬਹੁਤ ਅਨੰਤ ਜੀਵ ਜਿਹੜੇ ਘੁੰਮ ਰਹੇ ਇਹਦੇ ਵਿੱਚ। ਲਾਟੂ ਮਧਾਣੀਆਂ ਅਨਗਾ ਦੇਖ ਲਓ, ਲਾਟੂ ਮਧਾਣੀਆਂ ਅਨਗਾ ਕਿਵੇਂ ਘੁੰਮ ਰਹੇ? ਐਵੇਂ ਕਹਿੰਦੇ ਇਹ ਸ੍ਰਿਸ਼ਟੀ ਘੁੰਮ ਰਹੀ ਹੈ, ਇਹ ਸ੍ਰਿਸ਼ਟੀ ਜਿਹੜੀ ਹੈਗੀ ਚੱਲ ਰਹੀ ਹੈ ਭਾਈ। ਇਹਦੇ ਵਿੱਚ ਹੀ ਜਿਹੜਾ ਹੈਗਾ 84 ਲੱਖ ਜੂਨਾਂ ਦੇ ਵਿੱਚ ਜਿਹੜਾ ਹੈਗਾ ਬਦਲ ਕੇ ਕਦੀ ਕੋਈ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਜੀਵ ਇਹਦੇ ਵਿੱਚ ਹੀ ਰਹਿੰਦਾ ਹੈ। ਲਾਟੂ ਮਧਾਣੀਆਂ ਅਨਗਾ ਪੰਖੀ ਪਾਉਂਦੀਆਂ ਲੈਣ ਨਾ ਸਾਹ। ਪੰਖੀ ਜਿਸ ਤਰ੍ਹਾਂ ਉੱਡਦੇ ਆ ਕਹਿੰਦੇ ਇਸ ਤਰੀਕੇ ਦੇ ਨਾਲ ਕਹਿੰਦੇ ਆ ਸਾਹ ਨਹੀਂ ਮਿਲਦਾ ਇਨਸਾਨ ਨੂੰ, ਐਸੇ ਤਰੀਕੇ ਦੇ ਨਾਲ ਗਤੀ ਦੇ ਵਿੱਚ ਹੈ। ਸਾਹ ਲੈਣ ਨਾ ਸਾਹ ਮਤਲਬ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਹੈਗਾ ਠੱਲ ਨਹੀਂ ਪੈਂਦੀ। ਸੂਏ ਚਾੜ ਪਵਾਈਆਂ ਜੰਤ, ਸੂਏ ਚਾੜ ਕਹਿੰਦੇ ਬਹੁਤ ਜਿਹੜੀਆਂ ਜੂਨਾਂ ਐਸੀਆਂ ਵੀ ਹੈਗੀਆਂ ਜਿਹਦੇ ਵਿੱਚ ਬਹੁਤ ਹੀ ਜਿਹੜੇ ਆ ਭयंकर ਸਜ਼ਾ ਹੁੰਦੀ। ਸੂਏ ਚਾੜ ਪਵਾਈਆਂ ਜੰਤ, ਨਾਨਕ ਪਾਉਂਦਿਆਂ ਗਣਤ ਨਾਂਤ ਕਹਿੰਦੇ ਕੋਈ ਅੰਤ ਨਹੀਂ ਹੈ ਪਾਏ, ਕੋਈ ਕੈਲਕੂਲੇਸ਼ਨ ਨਹੀਂ ਹੈ, ਗਿਣਤੀ ਮਿਣਤੀ ਹੈ ਨਹੀਂ ਗੀ ਇਹਦੀ। ਨਾਨਕ ਪਾਉਂਦਿਆਂ ਗਣਤ ਨਾਂਤ, ਬੰਧਨ ਬੰਧੇ ਪਵਾਏ ਸੋਏ। ਮਾਲਕ ਦੀ ਗੇਮ ਹੈਗੀ, ਮਾਲਕ ਦੀ ਮਰਜ਼ੀ ਹੈਗੀ, ਉਹਨੇ ਐਸੀ ਖੇਡ 'ਚ ਆਪਾਂ ਨੂੰ ਪਾਇਆ ਹੋਇਆ, ਉਹੀ ਪਵਾ ਰਿਹਾ ਹੈ, ਬੰਧਨਾਂ ਦੇ ਵਿੱਚ ਬੰਨ੍ਹ ਕੇ ਪਵਾ ਰਿਹਾ ਹੈ। ਛੱਡਣ ਨੂੰ ਜੀ ਨਹੀਂ ਕਰਦਾ, ਸੈਲਫ ਆਪਣੇ ਆਪ ਆਪਾਂ ਜਿਹੜੇ ਫਸੇ ਹੋਏ ਹਾਂ। ਬੰਧਨ ਬੰਧ ਪਵਾਏ ਸੋਏ, ਮਜਾ ਲਿਆ ਆਪਾਂ ਹੁਣ ਵੀ ਆ ਗਿਆਨ ਲੈ ਕੇ ਵੀ ਨਿਕਲ ਸਕੀਏ। ਬੰਧਨ ਬੰਧ ਪਵਾਏ ਸੋਏ, ਪਾਏ ਕਿਰਤ ਨੱਚੇ ਸਭ ਕੋਏ। ਆ ਕਿਰਤ ਹੈਗੀ ਪਾਏ, ਸਾਰੇ ਦੇ ਸਾਰੇ ਨੱਚ ਰਹੇ, ਪਾਏ ਕਿਰਤ ਨੱਚੇ ਸਭ ਕੋਏ। ਮਜਾਲ ਤਾਂ ਹੈ ਨਾ ਜੇ ਇਹਨੂੰ ਸਮਝੀਏ। ਮਾਲਕ ਦੀ ਗੇਮ ਜਿਹੜੀ ਹੈ ਇੰਨੀ ਜਿਹੜੀ ਹੈਗੀ ਆ ਇਹ ਸੌਖੀ ਥੋੜ੍ਹੀ ਨਾ ਹੈਗੀ ਕਿ ਆਪਾਂ ਆ ਗਿਆਨ ਲੈ ਕੇ ਵੀ ਜਿਹੜਾ ਹੈਗਾ ਜਿਹੜਾ ਇਸ ਬੰਧਨ ਤੋਂ ਨਿਕਲ ਜਾਵਾਂਗੇ। ਬੰਧਨ ਬੰਧੇ ਪਵਾਏ ਸੋਏ, ਪਏ ਕਿਰਤ ਨੱਚੇ ਸਭ ਕੋਏ। ਨੱਚ ਨੱਚ ਹੱਸੈਂ ਚੱਲੇ ਸੇ ਰੋਏ, ਚੱਲੇ ਸੇ ਰੋਏ। ਜਿਹੜੇ ਇੱਥੇ ਜਿਹੜੇ ਇਸ ਤਰੀਕੇ ਦੇ ਨਾਲ ਦੁਨੀਆ ਦੇ ਪਦਾਰਥ ਕਹਿੰਦੇ ਰਸ ਹੈਗਾ, ਦੁਨੀਆ ਦੇ ਪਦਾਰਥਾਂ ਦੇ ਵਿੱਚ ਭੋਗ ਵਿਲਾਸ ਹੈਗਾ, ਸਵਾਦ ਹੈਗੇ, ਇੰਟਰਸਟ ਹੈਗਾ, ਸਾਰਾ ਕੰਨਾਂ ਦਾ ਸਵਾਦ, ਇੰਦਰੀ ਦਾ ਸਵਾਦ, ਰਾਹ ਸਾਰੇ ਜੀਭ ਦਾ ਸਵਾਦ, ਅੱਖਾਂ ਦਾ ਸਵਾਦ, ਇੰਨੇ ਦਾ ਸਵਾਦ ਪਏ ਹੋਏ। ਨੱਚ ਨੱਚ ਹੱਸੈਂ ਕਹਿੰਦੇ ਜਿਹੜੇ ਇਸ ਸਵਾਦਾਂ ਨੂੰ ਭੋਗਦੇ ਆ ਨੱਚ ਨੱਚ ਕੇ ਖੁਸ਼ੀ ਦੇ ਨਾਲ, ਫਿਰ ਗਾਹਾਂ ਜਾ ਕੇ ਕਹਿੰਦੇ ਰੋਂਦੇ ਆ, ਚੱਲਣ ਵੇਲੇ ਰੋਂਦੇ ਆ। ਫਿਰ ਨੱਚ ਨੱਚ ਹੱਸੈਂ ਚੱਲੇ ਸੇ ਰੋਏ। ਉੱਡ ਨਾ ਜਾਏ ਹੀ ਸਿੱਧ ਨਾ ਹੋਏ, ਕੋਈ ਉਡਾਨ ਨਹੀਂ ਹੈ, ਕੁਛ ਨਹੀਂ ਕੀਤਾ, ਕੋਈ ਚੜ੍ਹਾਈ ਨਹੀਂ ਹੈਗੀ, ਨਾ ਕੋਈ ਸਿੱਧੀ ਨਾ ਕੋਈ ਪ੍ਰਾਪਤੀ ਹੈਗੀ। ਨੱਚਣ ਕੁੱਦਣ ਮਨ ਕਾ ਚਾਓ ਕਹਿੰਦੇ ਬਸ ਕੀ ਹੈਗਾ ਮਨ ਦੇ ਵਿੱਚ ਚਾਹ, ਮਨ ਦੇ ਵਿੱਚ ਥੋੜ੍ਹੀ ਜਿਹੀ ਖੁਸ਼ੀ ਹੈ, ਥੋੜ੍ਹਾ ਸੈਟਿਸਫੈਕਸ਼ਨ ਹੈਗਾ। ਨੱਚਣ ਕੁੱਦਣ ਮਨ ਕਾ ਚਾਓ, ਬਸ ਮਨ ਜਿਹੜਾ ਹੈਗਾ ਮਨ ਕਹਿੰਦਾ ਹੈ, ਸਾਰਾ ਮਨ ਨਚਾ ਰਿਹਾ, ਆਹ ਚਾਹੀਦਾ ਉਹ ਚਾਹੀਦਾ, ਆਹ ਖਾਣਾ ਆਹ ਪੀਣਾ ਆਹ ਭੋਗਣਾ ਆਹ ਦੇਖਣਾ ਆਹ ਸੁਣਨਾ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨੇ ਮਨੇ ਪਾਓ ਤਿਨਾ ਮਨੇ ਪਾਓ। ਜਿਨ੍ਹਾਂ ਦੇ ਮਨ 'ਚ ਡਰ ਹੈਗਾ ਮਾਲਕ ਪਰਮਾਤਮਾ ਦਾ, ਉਹਨਾਂ ਦੇ ਮਨ ਦੇ ਵਿੱਚ ਜਿਹੜਾ ਹੈਗਾ ਪਿਆਰ ਆਏਗਾ। ਨਾਨਕ ਜਿਨੇ ਮਨੇ ਪਾਓ ਤਿਨਾ ਮਨੇ ਪਾਓ। ਉਹਨਾਂ ਦੇ ਮਨ 'ਚ ਪਰਮਾਤਮਾ ਦਾ ਯਕੀਨ ਆਏਗਾ, ਵਿਸ਼ਵਾਸ ਆਏਗਾ ਔਰ ਪਿਆਰ ਹੋ ਜਾਏਗਾ। ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾ ਲੈ ਨਰਕ ਨਾ ਜਾਈਏ। ਹਾਂਜੀ ਹਾਂਜੀ, ਇਹ ਜਿਹੜਾ ਆਪਾਂ ਹੁਣੇ ਲਾਈਨ ਆਪਣੀ ਤੋਂ ਕਰੀ ਆ, ਨੱਚਣ ਕੁੱਦਣ ਮਨ ਕਾ ਚਾਓ। ਹਾਂ ਤੁਹਾਡਾ ਨਾ ਇੱਕ ਕਿਰਚ ਕਰ ਰਿਹਾ ਕੁਝ, ਦੇਖਿਓ ਤੁਹਾਡੀ ਉਹਨੂੰ ਆ ਦੇਖੋ। ਹਾਂ ਅੱਛਾ ਜੀ, ਹਾਂ ਹੁਣ ਠੀਕ ਹੈ, ਬੋਲੋ। ਮੈਂ ਕਿਹਾ ਮੋਸਟ ਜਿਹੜੀ ਇਹ ਤੁਕ ਹੈਗੀ ਨਾ, ਨੱਚਣ ਕੁੱਦਣ ਮਨ ਕਾ ਚਾਓ, ਹਾਂਜੀ ਮੋਸਟਲੀ ਲੋਕ ਸਮਝਦੇ, ਆਮ ਬੰਦਾ ਸਮਝਦਾ ਬਈ ਆਪਣੀ ਜ਼ਿੰਦਗੀ ਦਾ ਮਕਸਦ ਕੱਲਾ ਨੱਚਣਾ ਕੁੱਦਣਾ ਹੀ ਹੈਗਾ। ਬਹੁਤ ਸਾਰੇ ਲੋਕ ਇਹ ਕੋਟ ਕਰਦੇ ਨੇ। ਬਿਲਕੁਲ ਸਹੀ ਗੱਲ ਹੈ, ਭੁਲੇਖੇ ਦੇ ਵਿੱਚ। ਹਾਂ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਦੇਖ ਲਓ ਕਿੰਨਾ ਜਿਹੜਾ ਹੈਗਾ ਗਲਤ ਜਿਹੜਾ ਹੈਗਾ ਬਾਣੀ ਨੂੰ ਵੀ ਜਿਹੜਾ ਹੈਗਾ ਕਿਸ ਤਰੀਕੇ ਨਾਲ ਮੋਲਡ ਕਰ ਲੈਂਦੇ। ਹਾਂਜੀ ਜੀ ਕੋਈ ਫਿਰ ਦੱਸ ਦਾਂਗੇ ਇਸ ਤੱਕ ਦਾ ਮਤਲਬ। ਫਿਰ ਹਾਂਜੀ ਇੱਕ ਵਾਰੀ ਫਿਰ ਲੈ ਲੈਂਦੇ ਆਪਾਂ ਜੀ।
ਸੀਗੇ ਆਪਾਂ ਨੱਚਣ ਕੁੱਦਣ ਮਨ ਕਾ ਚਾਓ। ਕਹਿੰਦੇ ਨੱਚਣਾ ਕੁੱਦਣਾ ਕੀ ਹੈਗਾ? ਮਨ ਦਾ ਜਿਹੜਾ ਹੈਗਾ ਮਨ ਜਿਹੜਾ ਹੈਗਾ, ਸਿਰਫ ਮਨ ਜਿਹੜਾ ਹੈਗਾ ਟੈਂਪਰੇਰੀ ਮਨ ਨੂੰ ਜਿਹੜਾ ਹੈਗਾ ਮਨ ਦੀ ਖੁਸ਼ੀ ਹੈਗੀ। ਮਨ ਕਹਿੰਦਾ ਆ ਚਾਹੀਦਾ, ਆ ਚਾਹੀਦਾ, ਆ ਪਦਾਰਥ ਸਾਰੇ ਜੋਗ ਵੀ ਦੁਨੀਆ ਦੇ ਭੋਗ ਵਿਲਾਸ ਹੈ। ਉਹ ਜਿੱਧਰ ਨੂੰ ਮਨ ਕਹਿੰਦਾ ਹੈ ਉਹ ਜਿਹੜਾ ਹੈਗਾ ਟੈਂਪਰੇਰੀ, ਕਿਉਂਕਿ ਉਹਦੇ 'ਚ ਰਸ ਪਾਇਆ ਹੋਇਆ ਮਾਲਕ ਪਰਮਾਤਮਾ ਨੇ। ਅਤੇ ਪਰ ਉਹ ਰਸ ਜਿਹੜਾ ਹੈਗਾ ਉਹ ਛਣਿਕ ਹੈਗਾ, ਔਰ ਉਹਦੇ ਨਾਲ ਜਿਹੜਾ ਹੈਗਾ ਸੈਟਿਸਫੈਕਸ਼ਨ ਨਹੀਂ ਹੁੰਦੀ, ਰੱਜ ਨਹੀਂ ਆਉਂਦਾ। ਇਹ ਇਸ ਕਰਕੇ ਜਿਹੜਾ ਹੈ ਔਰ ਆਪਾਂ ਜਿਹੜੇ ਹੈਗੇ ਫਸ ਜਾਂਦੇ ਹਾਂ ਉਸ ਸਲੋਟ ਦੇ ਵਿੱਚ, ਉਹ ਜਿਹੜੇ ਉਹ ਸੰਸਕਾਰਾਂ ਦੇ ਵਿੱਚ, ਅਤੇ ਅਸਲੀ ਮਕਸਦ ਜਿਹੜਾ ਹੈਗਾ ਆਪਣਾ ਚਲੇ ਜਾਂਦਾ ਹੈ। ਕੋਈ ਪ੍ਰਾਪਤੀ ਨਹੀਂ ਹੈ, ਕੋਈ ਜਿਹੜੀ ਹੈਗੀ ਆ ਇਸ ਖੇਡ 'ਚੋਂ ਬਾਹਰ ਨਹੀਂ ਆਉਂਦੇ। ਚਾਂਸ ਜਿਹੜਾ ਹੈਗਾ ਆਪਾਂ ਗਵਾ ਦਿੰਦੇ ਹਾਂ ਇਹਦੇ ਨੱਚਣ ਕੁੱਦਣ ਮਨ ਕੇ ਚਾਓ ਦੇ ਵਿੱਚ ਹੀ। ਚਤਰੀ ਵੀਰ ਜੀ, ਇਹ ਉਲਟ ਖੇਡ ਹੈਗੀ ਆ। ਹੁਣ ਇਹ ਮਨ ਨੂੰ ਹੀ ਤਗੜਾ ਕਰਦੇ ਆ ਜੀ, ਮਨ ਨੂੰ ਤਗੜਾ ਕਰਨ ਵਾਸਤੇ ਨੱਚਦੇ ਆ। ਐਕਚੁਅਲੀ ਮਨ ਨੂੰ ਨਚਾਉਣਾ, ਮਨ ਨੂੰ ਕੰਟਰੋਲ ਕਰਨਾ। ਨਾਚ ਰੇ ਮਨ ਗੁਰ ਕੇ ਆਗੇ, ਮਤਲਬ ਕੰਟਰੋਲ ਕਰਕੇ ਮਨ ਰਾਜੇ ਨੂੰ ਪਕੜ ਕੇ ਉਹਨੂੰ ਅਸੀਂ ਕੰਟਰੋਲ ਕਰਨਾ ਆਪਦੀ ਮਰਜ਼ੀ ਦੇ ਨਾਲ। ਹਾਂ, ਭਗਤੀ ਦੇ ਵਿੱਚ ਲਾਉਣਾ, ਭਗਤੀ ਨਾਲ ਕੰਟਰੋਲ ਹੋਏਗਾ। ਹਾਂਜੀ ਬਿਲਕੁਲ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨੇ ਮਨੇ ਪਾਓ ਤਿਨਾ ਮਨੇ ਪਾਓ। ਜਿਨ੍ਹਾਂ ਦੇ ਮਨ 'ਚ ਭੈ ਹੈਗਾ, ਡਰ ਹੈਗਾ। ਹੁਣ ਆਪਾਂ ਜੇ ਸ਼ਬਦ ਦਾ ਹੀ ਭੈ ਖਾ ਲਈਏ। ਵੀਰ ਜੀ, ਹਾਂਜੀ ਹਾਂਜੀ, ਇਹ ਜਿਹੜੀ ਗੱਲ ਕੀਤੀ ਗਈ ਨਾ ਜੀ, ਇਹਦਾ ਮੈਂ ਜਸਟ 1 ਮਿੰਟ ਵਾਸਤੇ ਜਿਹੜਾ ਹੈਗਾ ਨਾ ਜੀ ਤੁਹਾਨੂੰ ਇੰਟਰਪਟ ਕੀਤਾ। ਨਹੀਂ, ਇਹਦਾ ਇੰਨਾ ਜ਼ਿਆਦਾ ਨਾ ਜੀ ਗਲਤ ਇਸਤੇਮਾਲ ਇਸ ਤੁਕ ਦਾ ਕੀਤਾ ਗਿਆ। ਉਹ ਕਹਿੰਦੇ ਹੈਗੇ ਆ ਵੀ ਆਹ ਦੇਖੋ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਵੀ ਨੱਚਣ ਕੁੱਦਣ ਮਨ ਕਾ ਚਾਓ। ਔਰ ਇਸ ਤੋਂ ਬਾਅਦ ਜਿਹੜੀ ਨਾ ਜੀ ਅਗਲੀ ਤੁਕ ਜਿਹੜੀ ਹੈਗੀ ਆ ਉਹਦੇ ਵਿੱਚ ਮਨ ਦੀ ਹੀ ਗੁਰੂ ਬਾਬੇ ਨੇ ਖੁਲਾਸਾ ਕੀਤਾ ਹੈਗਾ। ਜਿਨ ਮਨ, ਪਹਿਲੇ ਵਿੱਚ ਵੀ ਮਨ ਦੀ ਗੱਲ ਕੀਤੀ ਗਈ, ਦੂਸਰੇ ਤੁਕ ਜਿਹੜੀ ਹੈਗੀ ਆ ਜਿਹਦੇ ਵਿੱਚ ਗੁਰੂ ਬਾਬਾ ਨਾ ਜੀ ਅਸਲੀ ਤੱਤ ਵਸਤੂ ਦੱਸ ਰਹੇ ਹੈਗੇ ਆ। ਜਿਨ ਮਨ ਪਾਓ ਤਿਨਾ ਮਨੇ ਪਾਓ। ਇਹ ਮਤਲਬ ਅੱਗੇ ਵਾਲੀ ਜਿਹੜੀ ਤੁਕ ਹੈਗੀ ਨਾ ਜੀ ਉਹਨੂੰ ਸਾਈਲੈਂਟ ਕਰ ਦਿੱਤਾ, ਪਹਿਲੇ ਵਾਲੀ ਜਿਹੜੀ ਆ ਉਹਨੂੰ ਹਾਈਲਾਈਟ ਕਰਕੇ ਨਾ ਜੀ ਇਹ ਜਿਹੜੀ ਹੈਗੀ ਆ ਗਲਤ ਇੰਟਰਪ੍ਰੀਟੇਸ਼ਨ ਦੇ ਨਾਲ ਜਿਹੜਾ ਹੈਗਾ ਨਾ ਜੀ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਈਵਨ ਜਿਹੜੇ ਨਾ ਜੀ ਮੈਂ ਵੀਰ ਜੀ ਇਹ ਦੇਖਿਆ ਗਾਉਣ ਵਾਲੇ ਜਿਹੜੇ ਨਾ ਜੀ ਇਸ ਤੁਕ ਨੂੰ ਆਪਣੇ ਉਹ ਹਿਸਾਬ ਦੇ ਨਾਲ ਨਾ ਜੀ ਵਿੱਚ ਸ਼ਬਦਾਂ ਦੇ ਵਿੱਚ ਮੜ ਕੇ ਗਾਉਂਦੇ ਮੈਂ ਦੇਖੇ। ਫਿਰ ਮੈਂ 1-2 ਨੂੰ ਨਾ ਜੀ ਜਿਹੜਾ ਹੈਗਾ ਦੱਸਿਆ, ਮੈਂ ਕਿਹਾ ਵੀ ਇਸ ਤੋਂ ਅੱਗੇ ਵਾਲੀ ਜਿਹੜੀ ਹੈਗੀ ਆ ਉਹਨੂੰ ਵੀ ਪੜ੍ਹ ਲਓ। ਫਿਰ ਉਹਨੇ ਦੇਖਿਆ, ਕਹਿੰਦੇ ਜੀ ਅਸੀਂ ਤਾਂ ਬਹੁਤ ਗਲਤ ਕਰਦੇ ਸੀ। ਥੈਂਕ ਯੂ ਵੀਰ ਜੀ, ਥੈਂਕ ਯੂ। ਨਹੀਂ ਕੋਈ ਨਹੀਂ। ਤੇ ਦੋਨਾਂ ਦੇ ਵਿੱਚ ਦੇਖੋ ਨੱਚਣ ਕੁੱਦਣ ਮਨ ਕਾ ਚਾਓ। ਇੱਕ ਮਨ ਜਿਹੜਾ ਹੈਗਾ ਇੱਥੇ ਮਨ ਮੁਕਤਾ ਹੈ ਕਿਉਂਕਿ ਕਾਲ ਆ ਗਿਆ। ਤੇ ਇੱਥੇ ਔਰ ਦੂਸਰੀ ਤੁਕ ਦੇ ਵਿੱਚ ਜਿਹੜਾ ਹੈਗਾ ਮਨ ਨੂੰ ਸਿਹਾਰੀ ਲੱਗੀ ਹੋਈ ਹੈ। ਨਾਨਕ ਜਿਨੇ ਮਨੇ ਪਾਓ ਤਿਨਾ ਮਨੇ ਪਾਓ, ਜਿਨ ਮਨ ਪਾਓ ਤਿਨਾ ਮਨੇ ਪਾਓ। ਮਨ ਦੇ ਵਿੱਚ ਜਿਨ੍ਹਾਂ ਦੇ ਮਨ 'ਚ ਡਰ ਹੈਗਾ ਉਹਨਾਂ ਦੇ ਮਨ 'ਚ ਪਿਆਰ ਆਏਗਾ, ਉਹਨਾਂ ਦੇ ਮਨ 'ਚ ਸ਼ਰਧਾ ਆਏਗੀ। ਬਸ ਇਹ ਹੈਗਾ ਭਾਈ। ਅੱਗੇ ਹੁਣ ਪੌੜੀ, ਨਾਉ ਤੇਰਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਏ। ਉਹ ਮਾਲਕ ਪਰਮਾਤਮਾ ਨਿਰੰਕਾਰ ਹੈ, ਉਹਦਾ ਕੋਈ ਆਕਾਰ ਨਹੀਂ, ਉਹਦੇ ਨਾਮ ਦਾ ਵੀ ਕੋਈ ਆਕਾਰ ਨਹੀਂ ਹੈਗਾ। ਨਾਉ ਤੇਰਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਏ। ਨਾਮ ਲਵਾਂਗੇ ਤੇ ਨਰਕ ਨਹੀਂ ਜਾ ਸਕਦਾ ਭਾਈ। ਜਿਹੜਾ ਨਾਮ ਧਿਆਨ ਸਿਮਰਨ ਕਰ ਰਿਹਾ ਹੈ, ਨਰਕ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਨਾਉ ਤੇਰਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਏ। ਜਿਉ ਪਿੰਡ ਸਭ ਤਿਸ ਦਾ ਦੇਖ ਹਾਜੈ ਆਖ ਗਵਾਈਏ। ਕਹਿੰਦੇ ਜਿਉ ਸਰੀਰ ਤੇ ਆਤਮਾ, ਜੀਵ ਤੇ ਸਾਰਾ ਕੁਛ ਕਹਿੰਦੇ ਆ, ਸਾਰਾ ਕੁਛ ਉਸ ਮਾਲਕ ਪਰਮਾਤਮਾ ਦਾ ਹੈਗਾ। ਦੇਖ ਹਾਜੈ, ਉਹ ਖਾਣ ਨੂੰ ਵੀ ਦੇ ਰਿਹਾ, ਸਾਰਾ ਕੁਛ ਦੇ ਰਿਹਾ ਮਾਲਕ ਪਰਮਾਤਮਾ। ਤੇ ਆਖ ਗਵਾਈਏ, ਆਪਾਂ ਕੀ ਕਰ ਰਹੇ ਹਾਂ? ਮੈਂ ਕਮਾ ਰਿਹਾ, ਮੈਂ ਲਿਆ ਰਿਹਾ, ਮੈਂ ਕਰੀ ਜਾ ਰਿਹਾ। ਕਹਿੰਦੇ ਬਸ ਇਹ ਜਿਹੜਾ ਹੈਗਾ ਤੇਰੀ ਮੈਂ ਜਿਹੜੀ ਤੇਰੀ ਹਉਮੈ ਜਿਹੜੀ ਹੈਗੀ, ਇਹੀ ਜਿਹੜਾ ਹੈਗਾ ਤੇਰੇ ਜਨਮ ਮਰਨ ਦਾ ਕਾਰਨ ਹੈਗਾ। ਇਸੇ ਦੇ ਕਾਰਨ ਜਿਹੜਾ ਹੈਗਾ ਮੈਂ ਦੇ ਕਾਰਨ ਜਿਹੜਾ ਹੈਗਾ ਤੂੰ ਇਹ ਚਾਂਸ ਜਿਹੜਾ ਖੋ ਦਿੰਦਾ ਹੈ। ਨਾਉ ਤੇਰਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਏ। ਜਿਉ ਪਿੰਡ ਸਭ ਤਿਸ ਦਾ, ਉਸ ਦਾ ਹੈਗਾ ਮਾਲਕ ਪਰਮਾਤਮਾ ਦਾ। ਤੇ ਉਹ ਦੇ ਵੀ ਰਿਹਾ ਖਾਣ ਨੂੰ, ਸਾਰਾ ਕੁਛ ਮਾਲਕ ਪਰਮਾਤਮਾ ਦੇ ਰਿਹਾ, ਪਹਿਲਾਂ ਹੀ ਅਰੇਂਜਮੈਂਟ ਕਰਕੇ ਰੱਖ ਰਿਹਾ ਹੈ।
ਪਰ ਆਪਾਂ ਕੀ ਕਰਦੇ ਹਾਂ, ਆਖ ਗਵਾਈਏ, ਆਪਾਂ ਜਿਹੜੇ ਹੈਗੇ ਆਪਣੀ ਛਾਪ ਲਗਾ ਕੇ ਜਿਹੜਾ ਹੈਗਾ ਉਹ ਮੈਂ ਕਰਕੇ ਜਿਹੜਾ ਹੈਗਾ ਹਉਮੈ ਆ ਜਾਂਦੀ ਹੈ ਔਰ ਇਹ ਚਾਂਸ ਚਲੇ ਜਾਂਦਾ ਹੈ। ਔਰ ਇਹ ਹਉਮੈ ਵੀ ਜਿਹੜੀ ਹੈਗੀ ਕਿਉਂ ਆ ਜਾਂਦੀ ਹੈ, ਹਉਮੈ ਇਸ ਕਰਕੇ ਆ ਜਾਂਦੀ ਕਿ ਮਾਲਕ ਨੇ ਹਉਮੈ ਪਾ ਕੇ ਤਾਂ ਦੁਨੀਆ ਭੇਜੀ, ਆਪਾਂ ਨੂੰ ਹਉਮੈ ਪਾ ਕੇ ਤਾਂ ਭੇਜਿਆ ਕਿ ਇਹਨੂੰ ਕੱਢ ਕੇ ਵੱਖ ਕਰੋ, ਮੇਰੇ ਕੋਲ ਆ ਜਾਓ। ਮਾਲਕ ਦੀ ਪਾਈ ਹੋਈ ਤਾਂ ਹੈ ਹਉਮੈ ਕੋਈ ਆਪਣੀ ਥੋੜ੍ਹੀ ਨਾ ਹੈਗੀ ਆ। ਬਸ ਆਪਾਂ ਨੇ ਤਾਂ ਇਸ ਨੂੰ ਜਿਹੜਾ ਹੈਗਾ ਇਹਨੂੰ ਬੁੱਝ ਕੇ ਔਰ ਇਹਨੂੰ ਹਉਮੈ ਨੂੰ ਜਿਹੜਾ ਹੈਗਾ ਆਪਾਂ ਨੇ ਉਹ ਇਹਨੂੰ ਰੋਕਣਾ ਹੈ, ਹਉਮੈ ਨੂੰ ਉਡਾਉਣਾ ਹੈ ਆਪਣੇ ਵਿੱਚੋਂ। ਨਾਉ ਤੇਰਾ ਨਿਰੰਕਾਰ ਹੈ, ਨਾ ਲੈ ਨਰਕ ਨਾ ਜਾਈਏ, ਜਿਉ ਪਿੰਡ ਸਭ ਤਿਸ ਦਾ ਦੇ ਖਾਜੈ, ਆਖ ਗਵਾਈਏ, ਜੇ ਲੋੜੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਏ। ਜੇ ਮਿੱਤਰਾ ਪਿਆਰਿਆ, ਜੇ ਚੰਗਾ ਚਾਹੀਦਾ, ਜੇ ਤੂੰ ਚੜ੍ਹਾਈ ਚਾਹੁੰਦਾ ਹੈ, ਜੇ ਇਸ ਰਸਤੇ ਤੋਂ ਨਿਕਲਣਾ ਚਾਹੁੰਦਾ ਹੈ ਪਿਆਰਿਆ, ਤੇ ਯਾਦ ਰੱਖ ਲਾ ਬਈ ਪੁੰਨ ਕਰ ਔਰ ਆਪਣੇ ਆਪ ਨੂੰ ਵਿੱਚੋਂ ਕੱਢ ਦੇ। ਨੀਚ ਸਦਾਈਏ, ਨੀਚ ਸਦਾ ਆਪਣੇ ਆਪ ਨੂੰ, ਆਪਣੇ ਅੰਦਰ ਜਿਹੜੇ ਅਵਗੁਣ ਦੇਖ ਆਪਣੇ। ਜੇ ਲੋੜੈ ਚੰਗਾ ਆਪਣਾ, ਕਰੇ ਪੁੰਨੋ ਨੀਚ ਸਦਾਈਏ, ਜੇ ਜਰਵਾਣਾ ਪਰ ਹਰੈ, ਜਰਵੇਸ ਕਰੇਂਦੀ ਆਈਏ। ਦੇਖ ਲਾ ਪਿਆਰਿਆ, ਸਮਾਂ ਨਿਰਧਾਰਿਤ ਹੈਗਾ, ਜਿੰਨਾ ਮਰਜ਼ੀ ਜਿਹੜਾ ਹੈਗਾ ਇਹ ਬੁਢੇਪੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਲਾ, ਉਹਨੇ ਕਿਸੇ ਵੀ ਤਰੀਕੇ ਨਾਲ, ਉਹ ਤਾਂ ਆ ਰਿਹਾ ਹੈ, ਉਹਨੂੰ ਨਹੀਂ ਰੋਕ ਸਕਦਾ ਕੋਈ। ਕੋ ਰਾਹੇ ਨਾ ਭਰੀਏ ਪਾਈਏ, ਜਦ ਤੇਰੀ ਪਾਈ ਭਰ ਗਈ, ਜਦ ਤੇਰਾ ਸਮਾਂ ਨਿਰਧਾਰਿਤ ਖਤਮ ਹੋ ਗਿਆ ਤੇ ਤੂੰ ਨਹੀਂ ਰਹਿ ਸਕੇਗਾ, ਕੋਈ ਵੀ ਨਹੀਂ ਰਹਿ ਸਕਦਾ ਭਾਈ। ਅਗਲਾ ਪੌੜੀ ਉਹਦੇ ਵਿੱਚ ਸ਼ਲੋਕ, ਪਹਿਲੀ ਪਾਤਸ਼ਾਹੀ ਦਾ ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾਂ ਸਿਫਤ ਸਰਈਅਤ, ਪੜ੍ਹ ਕਰੇ ਵਿਚਾਰ। ਹੁਣ ਜਿਹੜੇ ਹੈਗੇ ਆ ਇਹ ਧਰਮ ਦੇ ਉੱਤੇ ਮਹਾਰਾਜ ਦੱਸ ਰਹੇ ਆ, ਬਾਕੀ ਜੋ ਹੋ ਰਿਹਾ ਆ ਉਹਦੀ ਤਾਂ ਉਹ ਜਿਹੜੇ ਰੱਬ ਵਾਲੇ ਰਸਤੇ ਤੇ ਜਿਹੜੇ ਹੈ ਧਿਆਨ, ਜਿਹੜੇ ਇਸ ਰਸਤੇ ਤੇ ਨਹੀਂ ਲਿਵ ਵਾਲੇ ਰਸਤੇ ਤੇ, ਉਹਨਾਂ ਦੀ ਵਿਚਾਰਤਾ ਕੀ ਕਰਨੀ ਆ, ਉਹ ਤਾਂ ਉਹਨਾਂ ਦੀ ਇੱਛਾ ਹੀ ਨਹੀਂ ਹੈਗੀ ਆ, ਉਹ ਚਾਹੁੰਦੇ ਹੀ ਨਹੀਂ ਹੈ ਇਸ ਪਾਸੇ ਨੂੰ ਆਉਣਾ। ਤੇ ਜਿਹੜੇ ਧਰਮ ਵਾਲੇ ਪਾਸੇ ਤੇ ਹੈ ਉਹ ਵੀ ਜਿਹੜੇ ਹੈਗੇ ਫਸੇ ਪਏ ਹੈਗੇ, ਉਹਨਾਂ ਦੀ ਪ੍ਰੋਬਲਮ ਜਿਹੜੀ ਹੈਗੀ ਮਹਾਰਾਜ ਡਿਸਕਸ ਕਰ ਰਹੇ। ਕਿਉਂਕਿ ਇਹ ਜਿਹੜੀ ਵਾਰ ਹੈਗੀ ਆ, ਇਹ ਵਾਰ ਚੜ੍ਹਾਈ ਕਰਕੇ ਮਾਲਕ ਦੀ ਨੇੜਤਾ ਪ੍ਰਾਪਤ ਕਰਦੀ ਹੈ ਭਾਈ, ਭਗਤ ਬਣਾਉਂਦੀ ਆ। ਇਸ ਕਰਕੇ ਕਹਿੰਦੇ ਜਿਹੜੇ ਮੁਸਲਮਾਨ ਹੈਗੇ ਆ, ਮੁਸਲਮਾਨਾਂ ਸਿਫਤ ਸਰਈਅਤ, ਪੜ੍ਹ ਕਰੇ ਵਿਚਾਰ। ਉਹ ਕੀ ਕਰਦੇ ਆ, ਉਹਨਾਂ ਦੀ ਭਗਤੀ ਕੀ ਹੈਗੀ ਆ, ਉਹਨਾਂ ਦੀ ਬੰਦਗੀ ਕੀ ਹੈਗੀ ਆ, ਉਹ ਕੀ ਕਰਦੇ ਆ। ਕਹਿੰਦੇ ਸਿਫਤ ਕਰਦੇ, ਕਹਿੰਦੇ ਸ਼ਰੀਅਤ ਦੇ ਵਿੱਚ ਕਰਦੇ ਆ। ਸ਼ਰੀਅਤ ਕਹਿੰਦੇ ਉਹਨਾਂ ਦੀ ਇੱਕ ਜਿਹੜੀ ਹੈਗੀ ਸ਼ਰ੍ਹਾ ਦੀ ਜਿਹੜੀ ਹੈਗੀ ਇੱਕ ਕਿਤਾਬ ਹੈਗੀ ਸ਼ਰ੍ਹਾ ਦੀ, ਉਹ ਜਿਹੜਾ ਹੈਗਾ ਕਹਿੰਦੇ ਉਹਦੇ ਅਨੁਸਾਰ ਪੜ੍ਹ ਕੇ ਉਹਨੂੰ ਵਿਚਾਰ ਕਰਕੇ ਤੇ ਉਹਦੇ ਹਿਸਾਬ ਦੇ ਨਾਲ ਬੰਦਗੀ ਕਰਦੇ ਆ। ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਕਹਿੰਦੇ ਬੰਦੇ ਉਹੀ ਹੈਗੇ ਆ ਜਿਹੜੇ ਬੰਦੀ ਦੇ ਵਿੱਚ ਪੈਂਦੇ ਆ, ਜਿਹੜੇ ਸ਼ਰ੍ਹਾ ਦੇ ਵਿੱਚ ਪੈਂਦੇ ਆ, ਸ਼ਰ੍ਹਾ ਦੇ ਅਨੁਸਾਰ ਜਿਹੜੇ ਬੰਦਗੀ ਕਰਦੇ ਆ, ਉਹੀ ਬੰਦੇ ਹੈਗੇ ਭਾਈ। ਉਹ ਪਰਮਾਤਮਾ ਨੂੰ ਉਹਨਾਂ ਨੂੰ ਹੀ ਪਰਮਾਤਮਾ ਦਾ ਦੀਦਾਰ ਹੁੰਦਾ ਹੈ, ਜਿਹੜੇ ਸ਼ਰ੍ਹਾ ਦੇ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੇ ਵਾਸਤੇ ਜਿਹੜਾ ਸ਼ਰ੍ਹਾ ਦੇ ਅਨੁਸਾਰ ਚੱਲਦੇ। ਮੁਸਲਮਾਨਾਂ ਸਿਫਤ ਸਰਈਅਤ, ਪੜ੍ਹ ਕਰੇ ਵਿਚਾਰ। ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਹਿੰਦੂ ਕੀ ਕਰਦੇ ਆ, ਮੇਜਰ ਲੈ ਲਈਆਂ ਕੈਟੇਗਰੀਆਂ। ਹਿੰਦੂ ਕਹਿੰਦੇ ਆ ਸਲਾਉਂਦੇ ਆ ਮਾਲਕ ਪਰਮਾਤਮਾ ਨੂੰ, ਪਰ ਕਿਵੇਂ ਸਲਾਉਂਦੇ ਆ, ਸਲਾਹ ਨੇ ਦਰਸ਼ਨੇ ਰੂਪ ਅਪਾਰ। ਕਹਿੰਦੇ ਦਰਸ਼ਨ ਜਿਹੜੇ ਹੈਗੇ, ਸ਼ਾਸਤਰ ਜਿਹੜੇ ਹੈਗੇ ਆ, ਉਹਨਾਂ ਦੇ ਅਨੁਸਾਰ ਜਿਹੜੇ ਹੈਗੇ, ਜੋ ਸ਼ਾਸਤਰਾਂ 'ਚ ਕਰਮ ਕਾਂਡ ਲਿਖੇ ਹੋਏ ਆ, ਉਸ ਅਨੁਸਾਰ ਜਿਹੜੇ ਹੈਗੇ ਭਗਤੀ ਕਰਦੇ ਆ। ਦਰਸ਼ਨੇ ਰੂਪ ਅਪਾਰ, ਉਸ ਮਾਲਕ ਪਰਮਾਤਮਾ ਨੂੰ ਉਹ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਦਰਸ਼ਨ ਸ਼ਾਸਤਰ ਦੇ ਹਿਸਾਬ ਦੇ ਨਾਲ ਉਹ ਮਾਲਕ ਦੀ ਪੂਜਾ ਕਰਦੇ ਆ। ਕੀ ਕਰਦੇ ਆ, ਕੀ ਆ ਦਰਸ਼ਨ ਸ਼ਾਸਤਰ ਦੇ, ਕੀ ਆ ਉਹਨਾਂ ਦਾ ਰੂਟੀਨ, ਕਿਸ ਤਰ੍ਹਾਂ ਕਰਦੇ ਆ। ਤੀਰਥ ਨਾਮ ਹੈ ਅਰਚਾ ਪੂਜਾ, ਅਗਰਵਾਸ ਬਹਿਕਾਰ। ਕਹਿੰਦੇ ਤੀਰਥਾਂ 'ਤੇ ਜਾਂਦੇ ਆ, ਨਹਾਉਂਦੇ ਆ ਤੇ ਅਰਚਾ ਪੂਜਾ ਕਰਦੇ ਆ, ਅਰਪਣ ਕਰਦੇ ਆ ਕੁਛ ਨਾ ਕੋਈ ਕਈ ਚੀਜ਼ਾਂ, ਅਗਰਬੱਤੀ ਚਲਾਉਂਦੇ ਆ, ਸੁਗੰਧੀ ਬਹਿਕਾਰ। ਤੇ ਬਾਕੀ ਜਿਹੜੇ ਹੈਗੇ ਹੋਰ ਕੈਟੇਗਰੀ, ਜੋਗੀ ਸੁਨ ਧਿਆਵਨ ਜੇਤੇ, ਅਲਖ ਨਾਮ ਕਰਤਾਰ। ਕਹਿੰਦੇ ਜੋਗੀ ਵੀ ਹੈਗੇ ਭਾਈ, ਉਹ ਕਹਿੰਦੇ ਆ ਪਰਮਾਤਮਾ ਇਹ ਥੋੜ੍ਹੀ ਨਾ ਹੈਗਾ ਇਸ ਤਰ੍ਹਾਂ ਜਿਹੜਾ ਮੂਰਤੀ ਦੇ ਵਿੱਚ ਪਰਮਾਤਮਾ ਥੋੜ੍ਹੀ ਨਾ ਹੈਗਾ,
ਉਹ ਕਹਿੰਦੇ ਸੁੰਨ ਦੇ ਵਿੱਚ ਹੈ, ਮਾਲਕ ਪਰਮਾਤਮਾ ਦਾ ਤਾਂ ਕੋਈ ਆਕਾਰ ਨਹੀਂ ਹੈਗਾ, ਸੁੰਨ ਹੈਗਾ। ਜੋਗੀ ਸੁੰਨ ਧਿਆਵਨ ਜੇਤੇ, ਉਹ ਵੀ ਧਿਆਨ ਕਰਦੇ ਆ, ਪਰ ਉਹ ਕੀ ਕਰਦੇ ਆ? ਅਲਖ ਨਾਮ ਕਰਤਾਰ, ਉਹ ਜਿਹੜਾ ਹੈਗੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹ ਕਰਤਾਰ ਜਿਹੜਾ ਹੈਗਾ, ਉਹਦਾ ਜਿਹੜਾ ਹੈਗਾ ਉਹ ਅਲਖ ਨਿਰੰਜਨ ਕਰਕੇ ਜਿਹੜਾ ਹੈਗਾ ਉਹ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਮਨ ਨੂੰ ਨਹੀਂ ਫੜਦੇ, ਵਿਚਾਰਾਂ ਨੂੰ ਨਹੀਂ ਫੜਦੇ, ਬਸ ਜਿਹੜਾ ਹੈਗਾ ਜਪੀ ਜਾਂਦੇ ਆ, ਰਟੀ ਜਾਂਦੇ ਆ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ, ਕਿਉਂਕਿ ਧਿਆਨ ਬਾਣੀ ਤਾਂ ਸਾਰੀ ਦੀ ਸਾਰੀ ਸੁਣਨ ਦੇ ਵਿੱਚ ਜਾਣ ਨੂੰ ਕਹਿ ਰਹੀ ਹੈ, ਧਿਆਨ ਲਗਾਉਣ ਨੂੰ ਕਹਿ ਰਹੀ ਹੈ, ਪਰ ਜੋਗੀ ਲੋਕ ਉਸ ਤਰ੍ਹਾਂ ਧਿਆਨ ਨਹੀਂ ਲਗਾਉਂਦੇ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਉਹ ਕਹਿੰਦੇ ਪਰਮਾਤਮਾ ਦੀ ਮੂਰਤ ਸੂਖਮ ਹੈ, ਉਹ ਸੂਖਸ਼ਮ ਹੈਗਾ ਪਰਮਾਤਮਾ। ਸਹੀ ਹੈ ਭਾਈ, ਉਹਦਾ ਨਾਮ ਕਹਿੰਦੇ ਆ ਨਿਰੰਜਨ ਹੈਗਾ, ਉਹ ਮਾਇਆ ਤੋਂ ਰਹਿਤ ਹੈਗਾ। ਨਿਰੰਜਨ ਕਾਇਆ ਕਾ ਆਕਾਰ, ਕਹਿੰਦੇ ਉਹਦੀ ਕਾਇਆ ਕੀ ਹੈਗੀ? ਕਹਿੰਦੇ ਸਾਰੀ ਜਿੰਨੀ ਵੀ ਆਕਾਰ ਜੋ ਕੁਝ ਦਿਸ ਰਿਹਾ ਹੈ ਉਹ ਮਾਲਕ ਪਰਮਾਤਮਾ ਦੀ ਕਾਇਆ ਹੈਗੀ। ਇਸ ਤਰ੍ਹਾਂ ਜਿਹੜੇ ਹੈਗੇ ਜੋਗੀ ਕਰਦੇ ਆ। ਇਸ ਤੋਂ ਬਾਅਦ ਹੋਰ ਕੈਟੇਗਰੀ ਲੈ ਲਈ, ਸਤੀਆਂ ਮਨ ਸੰਤੋਖ ਉਪਜੈ। ਸਤੀ ਕੌਣ ਕਹਿੰਦੇ? ਸਤੀ ਜਿਹੜੇ ਹੈਗੇ ਜਿਹੜੇ ਸੱਚੇ ਆਚਰਣ ਵਾਲੇ ਆ ਉਹ ਵੀ ਸਤੀ ਹੁੰਦੇ। ਇੱਕ ਸਤੀ ਜਿਹੜੀ ਸਤੀ ਜਿਹੜੀ ਹੈਗੀ ਬੰਦੇ ਦੇ ਨਾਲ ਸੜ ਜਾਂਦੀ ਹੈ, ਉਹ ਵੀ ਸਤੀ ਹੁੰਦੀ ਹੈ। ਇੱਕ ਸਤੀ ਜਿਹੜੇ ਹੈਗੇ ਬਾਣੀ ਜਿਹੜੀ ਹੈਗੀ ਜਿਹੜੇ ਦਾਨ ਪੁੰਨ ਕਰਦੇ ਆ ਉਹਨਾਂ ਨੂੰ ਵੀ ਬਾਣੀ ਸਤੀ ਕਹਿੰਦੇ ਆ। ਹੁਣ ਇਹ ਦਾਨ ਪੁੰਨ ਦੀ ਗੱਲ ਕਰ ਰਹੇ। ਸਤੀਆਂ ਮਨ ਸੰਤੋਖ ਉਪਜੈ, ਕਹਿੰਦੇ ਉਹਨਾਂ ਦੇ ਮਨ 'ਚ ਸੰਤੋਖ ਆ ਜਾਂਦਾ ਹੈ। ਕਿਸ ਤਰ੍ਹਾਂ ਆ ਜਾਂਦਾ ਹੈ? ਦੇਣੇ ਕਾ ਵਿਚਾਰ, ਉਹਨਾਂ ਦੇ ਮਨ 'ਚ ਦੇਣ ਦਾ ਵਿਚਾਰ ਹੁੰਦਾ ਹੈ, ਦਾਨ ਕਰਨ ਦਾ ਵਿਚਾਰ ਹੁੰਦਾ ਹੈ ਵੀ ਅਸੀਂ ਜਾਂ ਦਾਨ ਕਰੀਏ। ਬਹੁਤ ਵਧੀਆ ਗੱਲ ਹੈਗੀ ਆ, ਪਰ ਪ੍ਰੋਬਲਮ ਕੀ ਹੈਗੀ? ਦੇ ਮੰਗੇ ਸਹਸਾ ਗੁਣਾ ਸੋਭ ਕਰੇ ਸੰਸਾਰ। ਉਹਨਾਂ ਦੇ ਅੰਦਰ ਆਹ ਭਾਵਨਾ ਹੁੰਦੀ ਹੈ, ਕਹਿੰਦੇ ਦੇ ਕੇ ਮੰਗਦੇ ਆ, ਸਹਸਾ ਗੁਣਾ 1000 ਗੁਣਾ ਜ਼ਿਆਦਾ ਮੰਗਦੇ ਆ, ਦਿੰਦੇ ਥੋੜਾ ਮੰਗਦੇ 1000 ਗੁਣਾ ਜ਼ਿਆਦਾ ਹੈ। ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ, ਦੇ ਮੰਗੇ ਸਹਸਾ ਗੁਣਾ ਸੋਭ ਕਰੇ ਸੰਸਾਰ। ਔਰ ਦੂਸਰੀ ਡਿਮਾਂਡ ਕੀ ਹੁੰਦੀ ਹੈ? ਵੀ ਸਾਡੀ ਜਿਹੜੀ ਹੈ ਦੁਨੀਆ ਦੇ ਵਿੱਚ ਸੋਭਾ ਹੋਏ, ਔਰ ਹੁੰਦੀ ਹੈ ਸੋਭਾ ਉਹਨਾਂ ਦੀ। ਦੇ ਮੰਗੇ ਸਹਸਾ ਗੁਣਾ ਸੋਭ ਕਰੇ ਸੰਸਾਰ। ਇਸ ਤੋਂ ਬਾਅਦ ਆ ਤਾਂ ਹੋਏ ਜੀ ਧਿਆਨ ਸਿਮਰਨ ਵਾਲੇ। ਧਿਆਨ ਸਿਮਰਨ ਦੇ ਨਾਮ ਦੇ ਉੱਤੇ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਇਹ ਭਗਤੀ ਇਸ ਤਰੀਕੇ ਨਾਲ ਹੋ ਰਹੀ ਹੈ। ਭਗਤੀ ਕਰਨ ਵਾਲੇ ਇਸ ਤਰ੍ਹਾਂ ਹੈ, ਅਤੇ ਬਾਕੀ ਮੈਜੋਰਟੀ ਜਿਹੜੀ ਹੈਗੀ ਆ ਉਹ ਕੀ ਕਰ ਰਹੀ ਹੈ? ਜਿਹੜੇ ਨਹੀਂ ਭਗਤੀ ਕਰਦੇ, ਜਿਹੜੇ ਮਾਇਆ ਦੇ ਵਿੱਚ ਰਹਿੰਦੇ ਆ, ਉਹਨਾਂ ਦੀ ਕੀ ਹਾਲਤ ਹੈਗੀ ਆ? ਚੋਰਾਂ ਜਾਰਾਂ ਤੈ ਕੁੜਿਆਰਾਂ ਖਰਾਬਾਂ ਵੇਕਾਰ, ਕਹਿੰਦੇ ਚੋਰੀ ਕਰਦੇ ਆ, ਜਾਰੀ ਕਰਦੇ ਆ, ਕੋਈ ਤੀਵੀਂ ਦੇ ਵੱਲ ਜਿਹੜਾ ਹੈਗਾ ਜਾਂ ਤੀਵੀਂ ਬੰਦੇ ਦੇ ਵੱਲ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਕਾਮ ਵਾਸਨਾ ਦੇ ਅਧੀਨ ਹੋ ਕੇ ਜਿਹੜੇ ਹੈਗੇ ਆ ਉਹ ਲੱਗੇ ਹੋਏ ਆ। ਚੋਰਾਂ ਜਾਰਾਂ ਤੈ ਕੁੜਿਆਰਾਂ, ਔਰ ਕੁੜਿਆਰ ਕੂੜ ਦੇ ਨਾਲ ਲੱਗੇ ਹੋਏ ਆ। ਖਰਾਬਾਂ ਵੇਕਾਰ, ਖਰਾਬੀ ਦੇ ਨਾਲ ਜਿਹੜੇ ਹੈਗੇ ਵਿਸ਼ੇ ਵਿਕਾਰਾਂ ਦੇ ਵਿੱਚ ਜਿਹੜੇ ਹੈਗੇ ਗਲਤ ਜਿਹੜੇ ਰਸਤੇ 'ਤੇ ਚੱਲ ਰਹੇ ਆ ਭਾਈ, ਉਹਨਾਂ ਦਾ ਕੋਈ ਪ੍ਰਯੋਜਨ ਹੀ ਨਹੀਂ ਹੈਗਾ। ਚੋਰਾਂ ਜਾਰਾਂ ਤੈ ਕੁੜਿਆਰਾਂ ਖਰਾਬਾਂ ਵੇਕਾਰ, ਇੱਕ ਹੁੰਦਾ ਖਾਏ ਚਲੇ ਅਥਾਉ ਤਿਨਾ ਵੀ ਕਾਈ ਕਾਰ। ਕਹਿੰਦੇ ਇਹ ਕੀ ਕਰ ਰਹੇ ਆ? ਇਹ ਕੀ ਕਰ ਰਹੇ? ਪਿਛਲੇ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਹੈਗੇ ਪਿਛਲੇ ਜਿਹੜੇ ਇਹਨਾਂ ਦੀ ਕਮਾਈ ਸੀਗੀ, ਕੁਛ ਇਹਨਾਂ ਨੂੰ ਮਿਲਿਆ ਹੈ, ਕੁਛ ਪਦਾਰਥ ਮਿਲੇ ਹੋਏ ਚੰਗੇ ਜਿਹੜੇ ਘਰ 'ਚ ਪੈਦਾ ਹੋ ਗਏ, ਸੁੱਖ ਸੁਵਿਧਾਵਾਂ ਹੈਗੇ, ਧਨ ਦੌਲਤ ਹੈਗਾ, ਪੈਸਾ ਕੁਛ ਹੈਗਾ, ਸਾਰਾ ਕੁਛ। ਅਤੇ ਕਹਿੰਦੇ ਉਹ ਪਿਛਲੀ ਕਮਾਈ ਜਿਹੜੀ ਹੈਗੀ ਹੁਣ ਜਿਹੜੇ ਹੈਗੇ ਉਹਨੂੰ ਖਾ ਕੇ ਜਾ ਰਹੇ, ਉਹਨੂੰ ਖਤਮ ਕਰਕੇ ਜਾ ਰਹੇ। ਇੱਕ ਹੁੰਦਾ ਖਾਏ ਚੱਲੇ ਆ ਥਾਂ, ਹੁੰਦਾ ਕਹਿੰਦੇ ਮਿਲਿਆ ਆ ਉਹਨਾਂ ਨੂੰ, ਔਰ ਖਾ ਕੇ ਜਿਹੜੇ ਜਾ ਰਹੇ ਆ ਉਹ ਖਾਏ ਚੱਲੇ ਥਾਂ ਤਿਨਾ ਵੀ ਕਾਈ ਕਾਰ। ਕਹਿੰਦੇ ਉਹ ਕੋਈ ਕਾਰ ਕਰ ਰਹੇ ਆ ਕੀ? ਉਹਨਾਂ ਦਾ ਉਹ ਕੀ ਕਰ ਰਹੇ ਆ? ਇੱਕ ਕਿਹੜੀ ਕਾਰ ਕਰ ਰਹੇ ਆ ਉਹ? ਇਹ ਜਿਹੜਾ ਐਵੇਂ ਨਾ ਸਮਝੀ ਆਪਾਂ ਜਿਹੜੇ ਆ ਦੁਨੀਆ ਦੇ ਵਿੱਚ ਪਦਾਰਥ ਮਿਲੇ ਭੋਗ ਵਿਲਾਸ ਕਰ ਰਹੇ, ਰਾਜਾ ਬਣ ਗਿਆ, ਫਲਾਨਾ ਬਣ ਗਿਆ, ਅਮੀਰ ਬਣ ਗਿਆ। ਆ ਭਾਈ ਆ ਹੈਗਾ ਉਹਨਾਂ ਦਾ। ਇੱਕ ਹੁੰਦਾ ਖਾਏ ਚਲੇ ਥਾਂ ਤਿਨਾ ਵੀ ਕਾਈ ਕਾਰ। ਜਲ ਥਲ ਜੀਆਂ ਪੂਰੀਆਂ ਲੋਆਂ ਆਕਾਰਾਂ ਆਕਾਰ। ਹੇ ਮੇਰੇ ਮਾਲਕਾ, ਇਹ ਖਾਲੀ ਇੰਨੇ ਹੀ ਥੋੜ੍ਹੀ ਨਾ ਹੈਗੇ ਆ। ਇੱਕ ਜਿਹੜੇ ਹੈਗੇ ਇਹ ਜਿਹੜੇ ਭਗਤੀ ਦੇ ਨਾਮ ਦੇ ਉੱਤੇ ਜਿਹੜੇ ਹੈਗੇ ਇਸ ਤਰ੍ਹਾਂ ਕਰਮ ਕਾਂਡ ਕਰ ਰਹੇ ਆ। ਦੂਸਰੇ ਜਿਹੜੇ ਹੈਗੇ ਆ ਇਹ ਮੈਜੋਰਟੀ ਜਿਹੜੀ ਹੈਗੀ ਇਨਸਾਨ ਜਿਹੜੇ ਹੈਗੇ ਉਹ ਗਲਤ ਜਿਹੜੇ ਹੈਗੇ ਉਹਦੇ ਵਿੱਚ ਲੱਗੇ ਹੋਏ ਆ।
ਕੂੜ ਦੇ ਨਾਲ ਔਰ ਆਪਣਾ ਜਿਹੜਾ ਹੈਗਾ ਜੋ ਮਿਲਿਆ ਹੈ ਪਦਾਰਥ ਉਹਨਾਂ ਨੂੰ ਭੋਗਣ 'ਚ ਲੱਗੇ ਹੋਏ ਆ। ਅਤੇ ਬਾਕੀ ਜਿਹੜੇ ਜਲ ਥਲ ਜੀਆਂ ਪੂਰੀਆਂ ਲੋਆਂ, ਇੰਨੇ ਜਲ ਦੇ ਵਿੱਚ ਥਲ ਦੇ ਵਿੱਚ ਇੰਨੇ ਜੀਅ ਹੈਗੇ, ਇੰਨੀਆਂ ਲੋਆਂ ਦੇ ਵਿੱਚ ਜਿਹੜੇ ਹੈਗੇ ਲੋਕਾਂ ਦੇ ਵਿੱਚ ਇੰਨੇ ਜੀਅ, ਪੂਰੀਆਂ ਦੇ ਵਿੱਚ ਇੰਨੇ ਜੀਅ ਭਰੇ ਪਏ ਆ। ਆਕਾਰ ਇੰਨੇ ਆਕਾਰ ਹੈਗੇ ਆ ਸਾਰੇ ਦੇ ਸਾਰੇ, ਉਹਨਾਂ ਦਾ ਕੀ ਬਣੂਗਾ? ਜਲ ਥਲ ਜੀਆਂ ਪੂਰੀਆਂ ਲੋਆਂ ਆਕਾਰ। ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਵੀ ਤੇਰੀ ਸਾਰ। ਕਹਿੰਦੇ ਉਹ ਜੋ ਕੁਛ ਵੀ ਹੈਗੇ ਭਾਈ ਮੈਨੂੰ ਨਹੀਂ ਪਤਾ, ਤੂੰ ਜਾਣਦਾ ਹੈ, ਤੇਰੇ ਬਣਾਏ ਹੋਏ ਹੈਗੇ ਆ, ਤੂੰ ਉਹਨਾਂ ਦੀ ਸਾਰ ਕਰ ਰਿਹਾ ਹੈ, ਤੂੰ ਜਾਣਦਾ ਹੈ ਉਹਨਾਂ ਦਾ ਕੀ ਕਰ ਰਿਹਾ ਤੂੰ, ਮੈਨੂੰ ਨਹੀਂ ਪਤਾ। ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਵੀ ਤੇਰੀ ਸਾਰ, ਉਹਨਾਂ ਨੂੰ ਵੀ ਉਹਨਾਂ ਦੀ ਵੀ ਸਾਂਭ ਸੰਭਾਲ ਤੂੰ ਹੀ ਕਰ ਰਿਹਾ ਹੈ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਕਹਿੰਦੇ ਭਗਤਾਂ ਨੂੰ ਜਿਹੜੀ ਹੈਗੀ ਆ ਭੁੱਖ ਆ, ਕਾਹਦੀ ਭੁੱਖ ਆ? ਸਲਾਉਣ ਦੀ ਭੁੱਖ ਆ, ਭਗਤੀ ਦੀ ਭੁੱਖ ਆ, ਮਾਲਕ ਪਰਮਾਤਮਾ ਦੀ ਬੰਦਗੀ ਦੀ ਭੁੱਖ ਆ। ਸੱਚ ਨਾਮ ਆਧਾਰ, ਉਹਨਾਂ ਦਾ ਨਾਮ, ਉਹਨਾਂ ਦਾ ਆਧਾਰ ਸੱਚਾ ਨਾਮ ਹੈ। ਇੱਥੇ ਦੇਖੋ ਸਹੀ ਰਸਤਾ ਦੱਸ ਰਹੇ ਹੁਣ, ਉੱਪਰ ਸਾਰਾ ਦੱਸ ਦਿੱਤੀ, ਪੂਰੀ ਸ੍ਰਿਸ਼ਟੀ ਦੇ ਬਾਰੇ ਵਰਣਨ ਕਰ ਦਿੱਤਾ। ਧਰਮ ਦੇ ਨਾਮ ਤੇ ਕੀ ਹੋ ਰਿਹਾ ਆ ਔਰ ਨਹੀਂ ਧਰਮ ਦੇ ਪਾਸੇ ਦੂਜੇ ਕੀ ਕਰ ਰਹੇ ਆ, ਔਰ ਉਸ ਤੋਂ ਇਲਾਵਾ ਜਿਹੜੇ ਜੀਵ ਜੰਤ ਹੈ ਸਾਰੇ ਦੇ ਸਾਰੇ, ਉਹਨਾਂ ਦਾ ਕੀ ਹੋ ਰਿਹਾ ਹੈ। ਹੁਣ ਆਖਰੀ ਦੇ ਵਿੱਚ ਮਹਾਰਾਜ ਜਿਹੜੇ ਦੱਸ ਰਹੇ ਭਾਈ ਕਿ ਅਸਲੀ ਰਸਤਾ ਕੀ ਹੈਗਾ। ਨਾਨਕ ਭਗਤਾਂ ਭੁੱਖ ਸਲਾਹਣ, ਜਿਨ੍ਹਾਂ ਦੇ ਅੰਦਰ ਸਲਾਉਣ ਦੀ ਭੁੱਖ ਆ, ਮਾਲਕ ਦੀ ਬੰਦਗੀ ਦੀ ਭੁੱਖ ਹੈਗੀ, ਭਗਤੀ ਕਰ ਰਹੇ। ਸੱਚ ਨਾਮ ਆਧਾਰ, ਉਹਨਾਂ ਨੇ ਗੁਰੂ ਕੋਲੋਂ, ਬ੍ਰਹਮ ਗਿਆਨੀਆਂ ਕੋਲੋਂ, ਗਾਈਡ ਕੋਲੋਂ ਸੱਚੇ ਨਾਮ ਦਾ ਆਧਾਰ ਬਣਾਇਆ ਹੈ। ਸੱਚ ਨਾਮ ਨੂੰ ਆਧਾਰ ਬਣਾਇਆ ਉਹਨਾਂ ਨੇ। ਨਾਮ ਸੱਚ ਹੈਗਾ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ, ਸਦਾ ਆਨੰਦੇ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾਰ। ਕਹਿੰਦੇ ਉਹ ਤਾਂ ਹਮੇਸ਼ਾ ਹੀ ਆਨੰਦ ਦੇ ਵਿੱਚ, ਦਿਨ ਰਾਤ ਕਹਿੰਦੇ ਆਨੰਦ ਖੇੜ ਦੇ ਵਿੱਚ ਰਹਿੰਦੇ ਆ ਭਗਤੀ ਦੇ ਦੁਆਰਾ। ਕਿਉਂਕਿ ਉਹਨਾਂ ਦੇ ਖੇੜਾ ਦੂਰ ਕਰਨ ਵਾਲੀ ਚੀਜ਼ ਕੀ ਹੈਗੀ? ਉਹ ਹੈ ਆਪਣੇ ਵਿਚਾਰ। ਬਸ ਉਹ ਵਿਚਾਰਾਂ 'ਤੇ ਕੰਟਰੋਲ ਹੈ ਉਹਨਾਂ ਦਾ, ਅਤੇ ਉਹਨਾਂ ਦੇ ਆਨੰਦ ਨੂੰ ਕੌਣ ਜਿਹੜਾ ਹੈਗਾ ਉਹ ਘਰ ਵਿਚਲਿਤ ਕਰ ਸਕਦਾ ਹੈ। ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾਰ। ਹੇ ਮੇਰੇ ਮਾਲਕਾ, ਐਸੇ ਗੁਣਵਾਨਾਂ ਦੀ ਮੈਨੂੰ ਵੀ ਛਾਰ ਦੇ ਦੇ, ਮੈਨੂੰ ਵੀ ਇਹਨਾਂ ਦੀ ਸੰਗਤ ਦੇ ਦੇ। ਮਹੱਲਾ ਪਹਿਲਾ। ਹੁਣ ਜਿਹੜੇ ਹੈਗੇ ਕਹਿੰਦੇ ਮੁਸਲਮਾਨ ਜਿਹੜੇ ਹੈਗੇ ਉਹ ਕਹਿੰਦੇ ਆ ਕਿ ਇਹ ਜਿਹੜੇ ਵੀ ਆਪਣੇ ਸਰੀਰ ਨੂੰ ਜਿਹੜਾ ਹੈਗਾ ਮਰਨ ਤੋਂ ਬਾਅਦ ਸਾੜ ਦਿੰਦੇ ਆ, ਕਹਿੰਦੇ ਇਹ ਤਾਂ ਜਿਹੜੇ ਦੋਜ਼ਖ ਦੇ ਵਿੱਚ ਜਾਣਗੇ, ਦੋਜ਼ਖ ਦੀ ਅੱਗ ਦੇ ਵਿੱਚ ਸਾੜੇ ਜਾਣਗੇ ਇਹ ਸਾਰੇ ਦੇ ਸਾਰੇ। ਹੁਣ ਮਹਾਰਾਜ ਜਿਹੜੇ ਹੈਗੇ ਉਹ ਵੀ ਜਿਹੜਾ ਹੈਗਾ ਉਹਨੂੰ ਵੀ ਕਲੈਰੀਫਾਈ ਕਰ ਰਹੇ ਆ। ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਕਹਿੰਦੇ ਮੁਸਲਮਾਨ ਜਿਹੜਾ ਹੈਗਾ ਚੱਲ ਉਹਨੂੰ ਤੁਸੀਂ ਦੱਬ ਦਿੱਤਾ ਅਤੇ ਫਿਰ ਕੀ ਆ, ਉਹ ਜਿਹੜਾ ਹੈਗਾ ਦੱਬਿਆ ਹੋਇਆ ਬਕਸਾ ਬੁਕਸਾ ਸਾਰਾ ਗਲ ਗਿਆ, ਸਾਰਾ ਕੁਛ ਉਹਦੀ ਸਰੀਰ ਵੀ ਗਲ ਗਿਆ, ਸਾਰੀ ਉਹ ਮਿੱਟੀ ਜਿਹੜੀ ਹੈਗੀ ਉਹ ਮਾਸ ਦੇ ਨਾਲ ਜਿਹੜੀ ਹੈਗੀ ਆ, ਮਾਸ ਨੂੰ ਖਾਧਾ ਉਹਨਾਂ ਨੇ, ਅਤੇ ਉਹਨਾਂ ਨੇ ਜਿਹੜਾ ਹੈਗਾ ਕੀੜਿਆਂ ਨੇ ਜੋ ਉਹਨੂੰ ਜਿਹੜਾ ਹੈਗਾ ਪ੍ਰੋਸੈਸ ਕੀਤੀ, ਅਤੇ ਉਹ ਬੜੀ ਚੀਕਣੀ ਮਿੱਟੀ ਬਣ ਜਾਂਦੀ ਹੈ ਭਾਈ। ਉਹ ਜਿਹੜਾ ਘੁਮਾਰ ਫਿਰ ਲੱਭ ਕੇ ਜਿਹੜਾ ਹੈਗਾ ਲੈ ਕੇ ਆਉਂਦਾ ਹੈ ਇਹੋ ਜਿਹੀ ਮਿੱਟੀ ਨੂੰ, ਫਿਰ ਉਹਦੇ ਜਿਹੜੇ ਹੈਗੇ ਭਾਂਡੇ ਬਣਾਉਂਦਾ, ਇੱਟਾਂ ਬਣਾਉਂਦਾ ਹੈ। ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਫਿਰ ਉਹ ਅੱਗ ਦੇ ਵਿੱਚ ਜਿਹੜਾ ਹੈਗਾ ਉਹਨੂੰ ਸਾੜਦਾ ਹੈ, ਗਰਮ ਕਰਦਾ ਹੈ, ਤਪਾਉਂਦਾ ਹੈ। ਕਹਿੰਦੇ ਫਿਰ ਤਾਂ ਤੇਰੀ ਵੀ ਇਹੀ ਹਾਲ, ਤਾਂ ਤੇਰਾ ਤੂੰ ਵੀ ਸੜ ਰਿਹਾ। ਮੁਸਲਮਾਨ ਨੂੰ ਕਹਿ ਰਹੇ ਭਾਈ ਤੇਰੀ ਵੀ ਮਿੱਟੀ ਤਾਂ ਸੜ ਰਹੀ ਹੈ। ਜਲ ਜਲ ਰੋਵੇ ਬਪੜੀ, ਜਲ ਜੜ ਕੇ ਰੋ ਰਹੀ ਹੈ ਵਿਚਾਰੀ। ਚੜ ਪਵੇਂ ਅੰਗਿਆਰ ਜਿਹੜੇ ਝੜ ਰਹੇ ਆ ਉਹਦੇ ਵਿੱਚੋਂ। ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਉਹ ਭਾਈ ਇਹਦੇ ਵਿੱਚ ਜਿਹੜਾ ਹੈਗਾ ਇਹ ਦੱਬਣ ਜਾਂ ਜਲਾਉਣ ਦੇ ਨਾਲ ਕੁਛ ਨਹੀਂ ਹੋਣਾ ਭਾਈ। ਉਹ ਮਾਲਕ ਪਰਮਾਤਮਾ ਨੇ ਜਿਹੜਾ ਰਸਤਾ ਰੱਖਿਆ ਹੋਇਆ ਨਿਕਲਣ ਦਾ, ਉਹ ਕਾਰਨ ਜਿਹੜਾ ਹੈਗਾ, ਔਰ ਉਸ ਕਾਰਨ 'ਤੇ ਆਵਾਂਗੇ ਤਾਂ ਜਿਹੜਾ ਹੈਗਾ ਆਪਾਂ ਇਸ ਖੇਡ 'ਚੋਂ ਨਿਕਲ ਸਕਦੇ ਹਾਂ। ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਉਹ ਜਾਣਦਾ ਹੈ ਭਾਈ ਉਹਨੇ ਰਸਤਾ, ਕਿਉਂਕਿ ਕਾਰਨ ਸ੍ਰਿਸ਼ਟੀ ਬਣਾਉਣ ਵਾਲਾ ਉਹ ਮਾਲਕ ਪਰਮਾਤਮਾ ਹੈ। ਜਿਸ ਨੇ ਮਕਾਨ ਬਣਾਇਆ ਆ ਉਹਨੂੰ ਪਤਾ ਹੈ ਵੀ ਉਹਨੇ ਕਿੱਥੇ ਰਸਤਾ ਰੱਖਿਆ ਹੋਇਆ ਨਿਕਲਣ ਦਾ, ਮਹਿਲ 'ਚੋਂ ਨਿਕਲਣ ਦਾ ਰਸਤਾ ਕਿੱਥੇ ਹੈਗਾ ਉਹਨੂੰ ਪਤਾ ਹੈ ਭਾਈ। ਉਹਦੇ ਰਸਤੇ ਦੇ ਅਨੁਸਾਰ ਚੱਲਾਂਗੇ ਤਾਂ ਆਪਾਂ ਨਿਕਲ ਸਕਦੇ ਹਾਂ। ਨਾਨਕ
जिन्हें करते कारण किया सो जाने करतार। पौड़ी देख लो भाई, कारण और रस्ता। बिन सतगुर किने ना पायो, बिन सतगुर किने ना पाया। कहते भाई बगैर सतगुरु दे वो रस्ता नहीं मिल सकता। बिन सतगुर किने ना पायो, किसी ने भी नहीं पाया। बिन सतगुर किने ना पाया, बिन सतगुर किने ना पायो, ये याद रख लो भी बगैर सतगुरु तो कोई भी प्राप्त नहीं कर सकता और बगैर सतगुरु दे किसी ने भी प्राप्त नहीं किया। बिन सतगुर किने ना पायो, बिन सतगुर किने ना पाया। सतगुर विच आप रखियोन कर प्रगट आख सुनाया। कहते सतगुरु दे विच जिहड़ा है मालक परमात्मा ने अपने आप नूं रख दिता है। सतगुरु दे विच अपने आप नूं रख दिता है। सतगुरु विच आप रखियन कर प्रगट आख सुनाया। कहते बिल्कुल क्लीयर कट जिहड़ा हैगा ये होका जिहड़ा हैगा सारिਆਂ ਨੂੰ ਜਿਹੜਾ ਹੈਗਾ प्रगट करके सतगुरु दे जिहड़ा हैगा ये ज्ञान सारिਆਂ ਦੇ वास्ते ਸਾਂਝਾ ज्ञान हैगा। कर प्रगट आख सुनाया। सतगुरु मिला सदा मुक्त है जिन विचों मोह चुकाया। कहते उस सतगुरु ਨੂੰ ਮਿਲਣ ਦੇ ਨਾਲ, उस सतगुरु ਨੂੰ ਮਿਲਣ ਦੇ ਨਾਲ ਕਿਹੜੇ ਸਤਗੁਰੂ ਕਹਿੰਦੇ ਉਹ ਮੁਕਤ ਜਿਹੜਾ ਹੈਗਾ ਜਿਹਨੇ ਵਿੱਚੋਂ ਆਪਣੇ ਮੋਹ ਚੁਕਾਇਆ ਹੈ ਉਹਨੂੰ ਮਿਲਣ ਦੇ ਨਾਲ ਹੀ ਜਿਹੜਾ ਹੈਗਾ ਇਹ ਰਸਤੇ ਤੋਂ ਜਿਹੜਾ ਹੈਗਾ ਨਿਕਲ ਸਕਦੇ ਹਾਂ। उत्तम यह विचार है जिन सच्चे स्यों चित लाया। यही उत्तम विचार है भाई कि वो मालक परमात्मा दे नाल सच्चे दे नाल चित लगाया। सतगुरु ने भी सच्चे दे मालक परमात्मा दे नाल चित लगा के ही जिहड़े हैगे इस स्टेज ते आए है और ये कोई भी जिहड़ा हैगा गुरु दे अनुसार सतगुरु दे अनुसार जिहड़ा हैगा ये चीज़ जिहड़ी हैगी ये प्रैक्टिकल कर सकता है। उत्तम यहो विचार है जिन सच्चे से चित लाया ते जग जीवन दाता पाया। इस तरीके दे नाल जग जीवन का दाता जिहड़ा हैगा जग का जीवन वो मालक परमात्मा प्रगट हो जाता है। श्लोक महला पहला। हुण महाराज दस रहे भाई कि मालक ने की पा के भेजिया, किहड़ी गेम हैगी, की जिहड़ी हैगी अपनी जिहड़ी हैगी इत्थे दुनिया दे विच काहदे वास्ते आपां आए। हौं विच आया हौं विच गया। कहंदे हौमे दे कारण आपां आउने आ ते हौमे दे कारण ही आपां जिहड़े हैगे इत्थों चले जाने। हौमे दे कारण ही आए हैं, फिर हौमे दे कारण चले गए, फिर कारणशीर हौमे नाल लैके गए हैं, फिर जिहड़े हैगे जमदे हैं। हौं विच जम्मिया हौं विच मूआ, फिर हौमे दे विच ही जमदे आ ते हौमे दे विच ही मर जाने। हौं विच दिता हौं विच लिया, हौमे दे विच ही जिहड़ा हैगा देन लेन करदे आ, हौमे दिंदे आ हौमे दे विच ही लैने आ भाई। हौं विच खटिया हौं विच गया और हौमे दे अधीन होके ही जिहड़े हैगे आपां दुनिया दे विच खट्टी करदे आ और हौमे दे अधीन होके ही जिहड़े हैगे ये कोई चीज़ जिहड़ी हैगी लूज करदे आ। हौं विच सचियार कूड़ियार, हौमे दे विच ही जिहड़े हैगे आपां सच्चे बनदे आ दुनिया दे विच लोकां दे अगे ते हौमे दे विच ही जिहड़े हैगे कूड़ दे नाल झूठ दे नाल लगे हुए। हौमे सच्चे रस्ते ते भी हौमे दे नाल ही लगे रहने आ भाई। ये इस रस्ते ते आके भी जिहड़ा हैगा आपां हौमे ते वर्कआउट नहीं करदे। हौमे दे विच ही सच्चे हो जाने, हौमे दे विच ही झूठे हो जाने। हौं विच पाप पुण्य विचार, हौमे दे विच ही जिहड़े हैगे पाप पुण्य जिहड़े हैगे इन्हां दी विचार हैगी, क्योंकि हौमे हैगी ते पाप पुण्य हैगे। जिथे हौमे खत्म हो गई उत्थे जिहड़े है पाप पुण्य खत्म हो गए। हौं विच नरक सुरग अवतार, हौमे दे कारण ही जिहड़े हैगे आपां चंगी जून मिल जाती है जां मंदी जून जिहड़े है नरकां दे विच चले जाने। ये अवतार जिहड़े हैगे दुनिया दे विच जिहड़े हैगे पैदा हो रहे हैं। हौं विच हस्से हौं विच रोवे, हौमे दे विच ही जिहड़े खुश होंदे आ हौमे दे विच ही दुखी हुंदे आ। हौं विच भरीए हौं विच खोवे, हौमे दे विच ही भरदे आ और हौमे दे विच ही जिहड़े ਉਹਨੂੰ ਹੌਂ ਵਿੱਚ ਭਰੀਏ ਹੌਂ ਵਿੱਚ ਧੋਵੇ, ਹੌਮੇ ਦੇ ਵਿੱਚ ਹੀ ਧੋਨੇ ਆ। ਪਾਪ ਕਰਦੇ ਆ ਭਰਦੇ ਆ, ਫਿਰ ਹੌਮੇ ਦੇ ਵਿੱਚ ਹੌਮੇ ਦੇ ਵਿੱਚ ਹੀ ਜਿਹੜੇ ਹੈਗੇ ਭਗਤੀ ਕਰਦੇ ਆ ਔਰ ਧੋਣ ਦੀ ਕੋਸ਼ਿਸ਼ ਕਰਦੇ ਆ। ਹੌਂ ਵਿੱਚ ਭਰੀਏ ਹੌਂ ਵਿੱਚ ਧੋਵੇ, ਹੌਂ ਵਿੱਚ ਜਾਤੀ
ਜਿਨਸੀ ਖੋਵ ਹੈ। ਹਉਮੈ ਦੇ ਵਿੱਚ ਹੀ ਜਿਹੜੇ ਹੈਗੇ ਇਨਸਾਨ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਆ ਇਹ ਜਿਹੜੀ ਉੱਚੀ ਜਿਹੜੀ ਹੈਗੀ ਜਾਤ ਮਨੁੱਖ ਜੂਨ ਜਿਹੜੀ ਮਿਲੀ ਹੋਈ ਹੈ ਉਸ ਨੂੰ ਜਿਹੜਾ ਹੈਗਾ ਗਵਾ ਦਿੰਦਾ ਹੈ ਅਤੇ ਜੂਨਾਂ ਦੇ ਵਿੱਚ ਚਲੇ ਜਾਂਦਾ। ਇਹ ਚਾਂਸ ਜਿਹੜਾ ਹੈਗਾ ਹਉਮੈ ਦੇ ਵਿੱਚ ਹੀ ਗਵਾ ਦਿੰਦਾ ਹੈ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਹਉਮੈ ਦੇ ਵਿੱਚ ਹੀ ਜਿਹੜਾ ਹੈਗਾ ਮੂਰਖ ਹੈਗਾ, ਹਉਮੈ ਦੇ ਵਿੱਚ ਹੀ ਸਿਆਣਾ ਜਿਹੜਾ ਆਪਣੇ ਆਪ ਨੂੰ ਚਤੁਰ ਕਹਾਉਂਦਾ ਹੈ, ਹਉਮੈ ਦੇ ਵਿੱਚ ਹੀ ਸਿਆਣਾ ਹੈ ਇਨਸਾਨ। ਮੋਖ ਮੁਕਤ ਕੀ ਸਾਰ ਨਾ ਜਾਣਾ, ਕਹਿੰਦੇ ਮੁਕਤੀ ਕੀ ਹੈਗੀ, ਮੋਖ ਕੀ ਹੈਗਾ, ਕਹਿੰਦੇ ਪਤਾ ਹੀ ਨਹੀਂ ਹੈਗਾ ਕਿਵੇਂ ਨਿਕਲਣਾ ਹੈ। ਮੋਖ ਕੀ ਹੈਗਾ, ਮੁਕਤੀ ਕੀ ਹੈਗੀ। ਇਹ ਪ੍ਰਕਿਰਤੀ ਤੋਂ ਸੰਸਾਰ ਤੋਂ, ਚਲੋ ਇਸ ਸੰਸਾਰ ਤੋਂ ਪ੍ਰਕਿਰਤੀ ਦੀ ਛੱਡੋ, ਮੁਕਤੀ ਤਾਂ ਹੈਗੀ ਹਉਮੈ ਤੋਂ ਮੁਕਤ ਹੋਣਾ ਹੈ ਆਪਾਂ ਨੇ। ਆ ਮੁਕਤੀ, ਆਹ ਚੀਜ਼ ਨਹੀਂ ਸਮਝ ਰਿਹਾ ਭਈ ਇਹ ਹਉਮੈ ਦੇ ਨਾਲ ਹੀ ਸਾਰਾ ਕੁਝ ਕਰੀ ਜਾ ਰਿਹਾ ਹੈ, ਇਸ ਤੋਂ ਤਾਂ ਮੁਕਤ ਹੋਣਾ ਸੀਗਾ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਕਹਿੰਦੇ ਹਉਮੈ ਦੇ ਵਿੱਚ ਹੀ ਜਿਹੜਾ ਹੈਗਾ ਬਸ ਲੱਗਿਆ ਪੈਦਾ ਹੋਣ ਤੋਂ ਬਾਅਦ ਜਿਹੜਾ ਹੈਗਾ ਬਸ ਲੱਗ ਜਾਂਦਾ ਇਨਸਾਨ ਜਿਹੜਾ ਹੈਗਾ ਬਸ ਆਹੀ ਪੜ੍ਹਾਉਂਦੇ ਆ ਭਾਈ, ਆਹ ਖੱਟੀ ਕਰ ਲਓ, ਆਹ ਕਮਾਈ ਕਰ ਲਓ, ਆਹ ਪੜ੍ਹਾਈ ਕਰ ਲਓ, ਬਸ ਮਾਇਆ ਹਉਮੈ ਦੇ ਵਿੱਚ ਮਾਇਆ ਇਕੱਠੀ ਕਰਦਾ ਹੈ। ਹਉਮੈ ਇਸ ਔਰ ਮਾਇਆ ਜਿਹੜੀ ਹੈ ਪੂਰੀ ਤਰ੍ਹਾਂ ਜਿਹੜੀ ਹੈਗੀ ਔਰ ਹਉ ਵਿੱਚ ਛਾਇਆ ਮਾਇਆ ਜਿਹੜੀ ਹੈ ਪੂਰੀ ਦੀ ਪੂਰੀ ਇਨਸਾਨ ਨੂੰ ਟਰੈਪ ਕਰ ਲੈਂਦੀ ਹੈ। ਬਸ ਇਨਸਾਨ ਦੇ ਅੰਦਰ ਮਾਇਆ ਦੀ ਛਾਂ ਜਿਹੜੀ ਹੈਗੀ, ਮਾਇਆ ਦੀ ਛਾਂ ਹੀ ਚੱਲਦਾ ਹੈ ਹਰ ਟਾਈਮ। ਫਿਰ ਜੀਵਨ ਯਾਤਰਾ ਮਾਇਆ ਦੀ ਛਾਂ 'ਚ ਹੁੰਦੀ ਹੈ। ਹਉਮੈ ਕਰ ਜੰਤ ਉਪਾਇਆ, ਹਉਮੈ ਦੇ ਕਾਰਨ ਹੀ ਜਿਹੜਾ ਹੈਗਾ ਆਪਾਂ ਪੈਦਾ ਹੋ ਰਹੇ। ਇਹ ਸਾਰੀਆਂ ਜੂਨਾਂ ਹਉਮੈ ਦੇ ਕਾਰਨ ਹੈਗੀਆਂ। ਸਾਰੇ ਜੀਵਾਂ ਦੇ ਵਿੱਚ ਉਹੀ ਮਾਲਕ ਪਰਮਾਤਮਾ ਹੈਗਾ ਔਰ ਇਨਸਾਨ ਨੂੰ ਚਾਂਸ ਮਿਲਦਾ ਹੈ ਨਿਕਲਣ ਦਾ, ਹਉਮੈ ਦੂਰ ਕਰਨ ਦਾ, ਨਹੀਂ ਕਰਦਾ, ਵਾਪਸ ਫਿਰ ਜੂਨਾਂ ਦੇ ਵਿੱਚ ਚੱਲਦਾ ਹੈ। ਇਸ ਤਰ੍ਹਾਂ ਜੰਤ ਸਾਰੇ ਜਿੰਨੇ ਵੀ ਹੈਗੇ ਹਉਮੈ ਦੇ ਕਾਰਨ ਹੀ ਸਾਰੇ ਪੈਦਾ ਹੋ ਰਹੇ। ਹਉਮੈ ਬੁਝੈ ਤਾਂ ਦਰ ਸੂਝੈ, ਹਉਮੈ ਕਿਤੇ ਬੁੱਝ ਜਾਏ ਤੇ ਦਰ ਲੱਭ ਜਾਊਗਾ ਭਾਈ। ਉਹ ਰਸਤਾ ਹਉਮੈ ਦੇ ਕਾਰਨ ਰਸਤਾ ਨਹੀਂ ਮਿਲਦਾ। ਹਉਮੈ ਬੁੱਝੀ ਤੇ ਦਰ ਲੱਭ ਗਿਆ, ਬਸ ਇਹ ਕੋਈ ਫਿਜ਼ੀਕਲ ਮੈਲ ਥੋੜੀ ਨਾ ਹੈਗਾ ਜਿਹਦਾ ਦਰ ਲੱਭਣਾ ਹੈ। ਬਸ ਹਉਮੈ ਦੂਰ ਕਰਨੀ ਹੈ ਤੇ ਦਰ ਲੱਭ ਜਾਏਗਾ। ਹਉਮੈ ਬੁਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਤ ਲੂਝੈ। ਗਿਆਨ ਹੈ ਨਹੀਂਗਾ, ਬਸ ਖਾਲੀ ਜੀਭ ਦੇ ਨਾਲ ਬੋਲ ਕੇ ਜਿਹੜਾ ਹੈਗਾ ਕਥ ਕੇ ਜਿਹੜਾ ਹੈਗਾ ਇਸੇ 'ਚ ਲੁੱਝੀ ਜਾ ਰਿਹਾ। ਗਿਆਨ ਕੀ ਹੈਗਾ, ਹਉਮੈ ਨੂੰ ਬੁੱਝਣਾ। ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੈ ਤਿਹਾ ਵੇਖ। ਨਾਨਕ ਹੁਕਮੀ ਲਿਖੀਏ ਲੇਖ, ਉਸ ਮਾਲਕ ਪਰਮਾਤਮਾ ਦਾ ਇਹੀ ਜਿਹੜਾ ਹੁਕਮ ਹੈਗਾ ਔਰ ਹਉਮੈ ਪਾਈ ਹੈ, ਮਾਲਕ ਨੇ ਪਾਈ ਹੈ ਹਉਮੈ, ਅਤੇ ਇਹ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਲੇਖੇ ਦੇ ਵਿੱਚ ਆ ਜਾਂਦਾ ਹੈ। ਧਰਮਰਾਜ ਸਾਰਾ ਜਿਹੜਾ ਹੈਗਾ ਇਹ ਲੇਖਾ ਜੋਖਾ ਇਹ ਜ਼ਿਆਦਾ ਜੂਨਾਂ ਦਾ ਜਿਹੜਾ ਹੈਗਾ ਇਹ ਹਉਮੈ ਦੇ ਅਧੀਨ ਹੀ ਹੋ ਰਿਹਾ ਭਾਈ, ਉਹਦੇ ਹੁਕਮ ਦੇ ਵਿੱਚ। ਜਿਹਾ ਵੇਖੈ ਤਿਹਾ ਵੇਖ, ਜੇ ਨਿਕਲਣਾ ਚਾਹੁੰਦਾ ਹੈ ਹਉਮੈ ਦੇ ਵਿੱਚੋਂ ਤੇ ਪਿਆਰਿਆ ਦੇਖ, ਜਿਸਾ ਤੂੰ ਆਪਣੇ ਆਪ ਨੂੰ ਦੇਖਦਾ ਹੈ, ਜਿਹੇ ਜਿਹਾ ਤੂੰ ਆਪਣੇ ਆਪ ਨੂੰ ਸਮਝਦਾ ਹੈ, ਉਹ ਜਿਹਾ ਹੀ ਦੂਸਰੇ ਨੂੰ ਵੀ ਸਮਝ ਲਾ ਪਿਆਰਿਆ, ਹਉਮੈ ਦੂਰ ਹੋ ਜਾਏਗੀ। ਜਿਹਾ ਵੇਖੈ ਤਿਹਾ ਵੇਖ, ਤਾਂ ਜਿਹੜੀ ਹੈ ਜਦ ਇਕੁਅਲ ਹੋ ਗਿਆ, ਸਟੇਟਸ ਇਕੁਅਲ ਹੋ ਗਿਆ, ਤੇ ਫਿਰ ਬਸ ਆਪਾਂ ਤਾਂ ਆਪਣੇ ਆਪ ਨੂੰ ਜਿਹੜਾ ਹੈ ਹਾਈ ਲੈਵਲ 'ਤੇ ਸਮਝਦੇ ਆ ਨਾ, ਆਪਣੇ ਵਰਗਾ ਤਾਂ ਕੋਈ ਹੈ ਹੀ ਨਹੀਂ। ਦੂਸਰੇ ਜਿਹੜੇ ਹੈਗੇ ਡਿਫੈਕਟ ਸਾਰੇ ਦੂਸਰੇ ਦੇ ਆ, ਉਹਨੂੰ ਦੂਸਰੇ ਨੂੰ ਜਿਹੜਾ ਹੈਗਾ ਦੇਖਣ ਦੀ ਦ੍ਰਿਸ਼ਟੀ ਹੋ ਰਿਹਾ, ਆਪਣੇ ਆਪ ਨੂੰ ਦੇਖਣ ਦੀ ਦ੍ਰਿਸ਼ਟੀ ਹੋ ਰਿਹਾ। ਆਪਾਂ ਨੂੰ ਸਾਰਾ ਕੁਝ ਚਾਹੀਦਾ ਹੈ, ਦੂਸਰੇ ਨੂੰ ਜਿਹੜਾ ਹੈਗਾ ਉਹਨੂੰ ਮਿਲੇ ਨਾ ਮਿਲੇ, ਹੂ ਬੋਦਰਸ। ਜਿਹਾ ਵੇਖੈ ਤਿਹਾ ਵੇਖ, ਦੇਖ ਲਾ, ਜਿਹਾ ਆਪਣੇ ਆਪ ਨੂੰ ਦੇਖ ਰਿਹਾ ਉਹ ਜਿਹਾ ਦੂਸਰਿਆਂ ਨੂੰ ਦੇਖ ਲਾ। ਵੀਰ ਜੀ, ਹਾਂਜੀ, ਆ ਜਿਹੜੀ ਆਪਾਂ ਤੁਕ ਹੁਣੇ ਕਰੀ ਆ, ਹਉਮੈ ਬੁਝੇ ਤਾਂ ਦਰ ਸੂਝੇ, ਹਾਂਜੀ, ਇਹ ਮੋਸਟ ਫੰਡਾਮੈਂਟਲ ਹੈਗੀ, ਮੋਸਟ ਫੰਡਾਮੈਂਟਲ ਆਪਾਂ ਸਾਰਿਆਂ ਦੀ। ਜੇ ਇਹ ਗੱਲ ਸਮਝ ਆ ਜਾਵੇ ਤਾਂ ਬਾਕੀ ਸਾਰੀਆਂ ਚੀਜ਼ਾਂ ਵਿਲ ਫਾਲ ਇਨ ਪਲੇਸ ਕਾਈਂਡ ਆਫ ਥਿੰਗ ਨਾ। ਬਿਲਕੁਲ ਠੀਕ ਹੈ ਜੀ, ਮੋਸਟ ਫੰਡਾਮੈਂਟਲ। ਹਾਂ, ਔਰ ਜਿਹੜਾ ਹੈਗਾ ਹੁਣ ਅਗਲਾ ਸ਼ਲੋਕ ਜਿਹੜਾ ਦੂਸਰੀ ਪਾਤਸ਼ਾਹੀ ਨੇ ਇੰਨੀ ਜਿਹੜੀ ਹੈਗੀ ਆਪਣੇ ਉੱਤੇ ਜਿਹੜੀ ਹੈਗੀ ਕਿਰਪਾ ਕੀਤੀ ਆ, ਉਹਨਾਂ ਨੇ ਹਉਮੈ ਨੂੰ ਦੱਸਿਆ ਆ। ਹਉਮੈ ਕੀ ਹੈਗੀ ਪੂਰਾ ਖੁਲਾਸਾ ਕਰ ਦਿੱਤਾ ਹਉਮੈ ਦਾ। ਉਹ ਆਪਾਂ ਲਈਏ ਮਹੱਲਾ ਦੂਜਾ, ਹਉਮੈ ਇਹ ਜਾਤ ਹੈ, ਕਹਿੰਦੇ ਹਉਮੈ ਦੀ ਆ ਹਉਮੈ
ਆਇਆ ਹਉਮੈ। ਮੈਂ ਹੁਣ ਹਉਮੈ ਜਿਹੜੀ ਹੈ ਤੁਹਾਨੂੰ ਖੋਲ ਕੇ ਦੱਸਦਾ ਹਾਂ ਵੀ ਹਉਮੈ ਕੀ ਚੀਜ਼ ਹੈਗੀ ਆ, ਹਉਮੈ ਦੀ ਕੀ ਜਾਤ ਹੈਗੀ ਆ, ਕੀ ਹੈ, ਕੀ ਕਰਦੀ ਹੈ, ਕਿਸ ਤਰ੍ਹਾਂ ਹੁੰਦੀ ਹੈ, ਕੀ ਇਹਦਾ ਹਿਸਾਬ ਕਿਤਾਬ ਹੈਗਾ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ। ਕਹਿੰਦੇ ਇਹਦੀ ਪਹਿਲੀ ਗੱਲ ਆ, ਹਉਮੈ ਦੇ ਅਧੀਨ ਹੀ ਸਾਰੇ ਐਕਸ਼ਨ ਕਰਦਾ ਹੈ ਤੂੰ। ਪਹਿਲੀ ਜਾਤ ਇਹਦੀ ਆਹ ਹੈਗੀ, ਹਉਮੈ ਦੇ ਅਧੀਨ ਹੋ ਕੇ ਹੀ ਸਾਰਾ ਕੁਛ ਭਗਤੀ ਵੀ ਕਰਦਾ ਹੈ, ਹਉਮੈ ਦੇ ਅਧੀਨ ਹੋ ਕੇ ਹੀ ਕਰਦਾ ਹੈ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੇ। ਹਉਮੈ ਇਹੀ ਬੰਧਨਾ ਫਿਰ ਜੋ ਨਹੀਂ ਪਾਏ। ਇਹੀ ਤਾਂ ਬੰਧਨ ਹੈਗਾ ਹਉਮੈ, ਇਹੀ ਤਾਂ ਬੰਧਨ ਆ ਹਉਮੈ। ਫਿਰ ਬਾਰ ਜੂਨਾਂ 'ਚ ਪੈ ਰਹੇ ਆ ਭਾਈ ਇਸ ਬੰਧਨ ਦੇ ਕਾਰਨ, ਹਉਮੈ ਦੇ ਕਾਰਨ। ਹਉਮੈ ਹੀ ਤਾਂ ਬੰਧਨ ਹੈਗੀ। ਹਉਮੈ ਕਿੱਥੋਂ ਉਪਜੈ, ਕਿਤ ਸੰਜਮੇ ਜਾਏ। ਕਹਿੰਦੇ ਫਿਰ ਕਿੱਥੋਂ ਪੈਦਾ ਹੁੰਦੀ ਹੈ ਮਹਾਰਾਜ ਇਹ ਹਉਮੈ, ਕਿੱਥੋਂ ਪੈਦਾ ਹੋ ਜਾਂਦੀ ਆ, ਕਿਹੜੇ ਸੰਜਮ ਨਾਲ ਜਾਊਗੀ। ਦਵਾਈ ਵੀ ਦੱਸੋ ਨਾ ਇਹਦੀ, ਤੇ ਪੈਦਾ ਕਿਵੇਂ ਹੁੰਦੀ ਆ ਇਹ ਵੀ ਦੱਸੋ। ਹਉਮੈ ਇਹੋ ਹੁਕਮ ਹੈ, ਪੈ ਕਿਰਤ ਫਿਰਾਹੇ। ਕਹਿੰਦੇ ਇਹ ਮਾਲਕ ਨੇ ਪਾਈ ਹੋਈ ਆ, ਤੂੰ ਨਹੀਂ ਪਾਈ ਹੋਈ, ਤੇਰੀ ਬਣਾਈ ਹੋਈ ਨਹੀਂ ਹੈਗੀ ਆ, ਇਹ ਮਾਲਕ ਨੇ ਪਾ ਕੇ ਭੇਜੀ ਆ। ਹਉਮੈ ਇਹੋ ਹੁਕਮ ਹੈ, ਇਹ ਤਾਂ ਹੁਕਮ ਹੈ ਮਾਲਕ ਪਰਮਾਤਮਾ ਦਾ, ਇਹੀ ਤਾਂ ਹੁਕਮ ਹੈ, ਇਹੀ ਤਾਂ ਖੇਡਿਆ। ਹੋਰ ਕਾਹਦੀ ਖੇਡਿਆ। ਹਉਮੈ ਨੂੰ ਕੱਢ ਦੋ, ਖੇਡ ਖਤਮ ਹੋ ਗਈ। ਹਉਮੈ ਇਹੋ ਹੁਕਮ ਹੈ, ਪਏ ਕਿਰਤ ਫਿਰਾਏ। ਬਸ ਇਹ ਹਉਮੈ ਦੇ ਅਧੀਨ ਤਾਂ ਸਾਰੀ ਕਾਰ ਵਿਹਾਰ ਚੱਲ ਰਹੀ ਹੈ। ਹਉਮੈ ਇਹੋ ਹੁਕਮ ਹੈ, ਪਏ ਕਿਰਤ ਫਿਰਾਏ। ਸਾਰੀ ਸ੍ਰਿਸ਼ਟੀ ਜਿਹੜੀ ਹੈ ਕਿਰਤ 'ਚ ਲੱਗੀ ਹੋਈ ਹੈ। ਹਉਮੈ ਦੀਰਘ ਰੋਗ ਹੈ। ਕਹਿੰਦੇ ਬਹੁਤ ਜਿਹੜਾ ਹੈਗਾ ਇਹ ਗੰਭੀਰ, ਜਿਹੜਾ ਸਮੱਸਿਆ ਗੰਭੀਰ ਹੈਗੀ ਭਾਈ, ਬਹੁਤ ਲੰਬਾ ਰੋਗ ਹੈਗਾ ਇਹ ਕੋਈ ਜਿਹੜਾ ਹੈਗਾ ਛੋਟੇ ਮੋਟੇ ਦਵਾਈ ਦੇ ਨਾਲ ਨਹੀਂ ਸੈੱਟ ਹੋਣ ਵਾਲਾ ਕੰਮ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਕਹਿੰਦੇ ਘਬਰਾਉਣ ਦੀ ਲੋੜ ਨਹੀਂ ਹੈ। ਇਹਦੀ ਜਿਹੜੀ ਹੈਗੀ ਆ, ਇਹਦੀ ਟਰੀਟਮੈਂਟ ਹੈਗੀ ਆ, ਇਹਦੀ ਦਵਾਈ ਵੀ ਹੈਗੀ ਹਉਮੈ ਦੀ। ਐਸੀ ਨਹੀਂ ਹੈ ਕਿ ਇਲਾਜ ਹੈਗਾ ਵੀ ਇਹਦਾ ਇਲਾਜ ਹੀ ਨਹੀਂ ਹੋਣਾ, ਵੀ ਮਾਲਕ ਨੇ ਪਾਈ ਹੈ ਤੇ ਫਿਰ ਹੁਣ ਨਿਕਲਣੀ ਨਹੀਂ ਹੈ ਨਾ। ਕਹਿੰਦੇ ਇਹਦਾ ਇਲਾਜ ਹੈਗਾ, ਪੱਕਾ ਇਲਾਜ ਹੈਗਾ ਇਹਦਾ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਬਸ ਆਹ ਦਾਰੂ ਹੈਗਾ ਭਾਈ। ਜੇ ਕਿਰਪਾ ਕਰਦੇ ਮਾਲਕ ਪਰਮਾਤਮਾ, ਤਾਂ ਇਨਸਾਨ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਹੁਕਮ ਜਿਹੜਾ ਹੈਗਾ ਉਹਨੂੰ ਕਮਾਉਣਾ ਸ਼ੁਰੂ ਕਰ ਦਿੰਦਾ ਹੈ ਕਿ ਮੇਰੇ ਵਾਸਤੇ ਕੀ ਹੁਕਮ ਹੈਗਾ। ਅਤੇ ਉਹਦੇ ਨਾਲ, ਉਹ ਕਮਾਈ ਦੇ ਨਾਲ ਜਿਹੜੀ ਹੈਗੀ ਇਹ ਹਉਮੈ ਚਲੇ ਜਾਂਦੀ ਹੈ ਭਾਈ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ, ਇਤ ਸੰਜਮੇ ਦੁੱਖ ਜਾਹੇ। ਆਹ ਸੰਜਮ ਹੈਗਾ, ਆਹ ਦਵਾਈ ਹੈਗੀ, ਆਹ ਇਲਾਜ ਹੈਗਾ ਭਾਈ। ਹੋਰ ਕੋਈ ਸੰਜਮ ਦੇ ਪਿੱਛੇ ਨਾ ਭੱਜੋ, ਸਮਾਂ ਥੋੜ੍ਹਾ ਹੈਗਾ, ਆਪਣੀ ਯਾਤਰਾ ਆਪਣੀ ਹੈਗੀ ਆ। ਬਾਕੀ ਕਿਸੇ ਦੁਨੀਆ ਜੋ ਕਹਿ ਰਹੀ ਆ ਉਹਦੇ ਪਿੱਛੇ ਨਾ ਲੱਗੀਏ ਆਪਾਂ। ਔਰ ਆਹ ਜਿਹੜਾ ਮਹਾਰਾਜ ਜਿਹੜੇ ਸੰਜਮ ਦੱਸ ਰਹੇ ਆ, ਜਿਹੜੀ ਦਵਾਈ ਦੱਸ ਰਹੇ ਆ, ਫਟਾਫਟ ਆਪਾਂ ਇਹਨੂੰ ਲਈਏ। ਇਹ ਵੀਰ ਜੀ ਜਿਹੜਾ ਸ਼ੁਰੂ ਚ ਕਿਹਾ ਸੀ ਨਾ ਜੀ, ਭੈ ਤੇ ਮਤਲਬ ਜਿਹਨੂੰ ਭਾਉ ਤੇ ਭਾਉ, ਹਾਂਜੀ, ਇਹ ਜਿਹੜਾ ਭੈ ਤੇ ਭਾਉ, ਜਿਹੜਾ ਭਾਉ ਜਿਹਨੂੰ ਕਹਿ ਦਿੰਦੇ ਆਪਾਂ, ਜਾਂ ਭੈ ਡਰ, ਪ੍ਰਮਾਤਮਾ ਦਾ ਡਰ, ਜਦੋਂ ਆਦਮੀ ਦੇ ਮਤਲਬ ਜਦੋਂ ਸਾਧਕ ਦੇ ਉੱਤੇ ਸਵਾਰ ਹੋ ਜਾਂਦਾ ਨਾ ਕਿ ਵੀ ਮੈਨੂੰ ਕੋਈ ਹੋਰ ਵੀ ਦੇਖਣ ਵਾਲਾ, ਮੈਂ ਨਹੀਂ ਆ ਉਹ ਜੋ ਮੈਂ ਦਿਖ ਰਿਹਾ, ਉਹ ਪ੍ਰਮਾਤਮਾ ਹੈ। ਉਹਦੇ ਨਾਲ ਫਿਰ ਉਹ ਦੇਖੋ ਇੱਕੋ ਹੀ ਡਰ ਹੈ ਜਿਹਦੇ ਡਰ ਕਾਰਨ ਬੰਦਾ ਇਹਦੇ ਨੇੜੇ ਜਾਂਦਾ ਹੈ। ਬਾਕੀ ਦੁਨੀਆ ਦੇ ਜਿੰਨੇ ਡਰ ਨੇ ਉਹਨਾਂ ਤੋਂ ਦੂਰ ਭੱਜਦਾ ਹੈ। ਬਿਲਕੁਲ ਪ੍ਰਮਾਤਮਾ ਦੇ ਉਹਦੇ ਨਾਲ ਫਿਰ ਭਾਵ ਉਪਜਾ, ਭੈ ਦੇ ਬਾਅਦ ਫਿਰ ਭਾਵ ਉਪਜਦਾ। ਭਾਵ ਤੋਂ ਬਾਅਦ ਫਿਰ ਜਦੋਂ ਫਿਰ ਅੱਗੇ ਉਹ ਸਾਰੀ ਕਾਰਵਾਈ ਹੋ ਕੇ ਫਿਰ ਇਹ ਹਉਮੈ ਜਾਂਦੀ ਹੈ, ਹਨਾ ਵੀਰ ਜੀ, ਜੋ ਮੈਨੂੰ ਲੱਗ ਰਿਹਾ। ਬਿਲਕੁਲ ਸਹੀ ਹੈ ਜੀ, ਜੋ ਗੁਰਬਾਣੀ ਵੀ ਇਹੀ ਕਹਿ ਰਹੀ ਹੈ, ਪ੍ਰਮਾਤਮਾ ਕਿਰਪਾ ਕਰੇ। ਭੈ ਪਹਿਲਾਂ ਆਏਗਾ, ਫਿਰ ਭਾਵ ਆਏਗਾ, ਫਿਰ ਧਿਆਨ, ਸਮਾਧੀ, ਤੇ ਫਿਰ ਉਹ ਸਾਰਾ ਜਿਹੜਾ ਹਉਮੈ ਆਪਣੇ ਆਪ ਹੀ ਚਲੀ ਜਾਣੀ ਹੈ। ਜਦੋਂ ਭੈ ਆ ਗਿਆ ਤੇ ਹਉਮੈ ਕਿੱਥੇ ਰਹੇਗੀ ਫਿਰ? ਬਿਲਕੁਲ, ਮੈਨੂੰ ਤਾਂ ਦੇਖ ਰਿਹਾ ਕੋਈ, ਮੈਂ ਤਾਂ ਕੁਛ ਵੀ ਨਹੀਂ। ਬਿਲਕੁਲ, ਹਾਂਜੀ ਹਾਂਜੀ। ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਆ ਲਓ, ਦੇਖ ਲਓ ਭਾਈ, ਫਿਰ ਉਹ ਜਿਹੜੇ ਹੈਗੇ ਆ ਸੇਵਾ ਕਰਦੇ। ਗੁਰ ਕਾ ਸ਼ਬਦ ਕਮਾਏ, ਆਹ ਸੇਵਾ ਹੈਗੀ ਆ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਧਿਆਨ ਸਿਮਰਨ ਕਰਦੇ ਆ, ਸੱਚ ਨੂੰ ਧਿਆਉਂਦੇ ਆ ਭਾਈ। ਉਹ ਮਾਲਕ ਪਰਮਾਤਮਾ ਦਾ ਧਿਆਨ ਕੀ ਹੈਗਾ? ਜੋ ਸੁਖਵਿੰਦਰ ਜੀ ਤੁਸੀਂ ਕਹਿ ਰਹੇ ਹੋ, ਉਹੀ ਧਿਆਨ ਹੈਗਾ ਵੀ ਮੈਨੂੰ ਕੋਈ ਦੇਖ ਰਿਹਾ ਆ, ਉਹਦਾ ਧਿਆਨ ਕਰਨਾ ਆ, ਉਹਦਾ ਡਰ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ।
ਫਿਰ ਉਹ ਮੰਦੇ ਪੈਰ ਕਿਵੇਂ ਰੱਖਣਗੇ ਪਾਏ ਜਦ ਕੋਈ ਦੇਖ ਰਿਹਾ, ਮਾਲਕ ਦੇਖ ਰਿਹਾ, ਨਾਲ ਅੰਗ ਸੰਗ ਹੈਗਾ। ਫਿਰ ਸੁਕ੍ਰਿਤ ਕਰਦੇ ਆ, ਉਹ ਧਰਮ ਦੀ ਕਮਾਈ ਕਰਦੇ ਆ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਔਰ ਦੁਨੀਆ ਦੇ ਬੰਧਨ ਤੋੜ ਦਿੰਦੇ ਆ ਪਾਏ। ਇਹ ਹਉਮੈ ਤੇ ਵਰਕਆਊਟ ਹੋ ਗਿਆ। ਔਰ ਅੰਨ ਪਾਣੀ ਥੋੜਾ ਖਾਇਆ, ਦੇਖ ਲਓ। ਕਿਉਂਕਿ ਇੱਥੇ ਜਿਹੜਾ ਹੈਗਾ ਫਿਰ ਇੱਕ ਗੰਭੀਰ ਜਿਹੜਾ ਹੈਗਾ ਬਹੁਤ ਹੀ ਨੁਕਤਾ ਹੈਗਾ। ਕਿਉਂਕਿ ਆਪਾਂ ਅੰਨ ਪਾਣੀ ਖਾਂਦੇ ਹਾਂ, ਆਪਾਂ ਖਾਂਦੇ ਹਾਂ ਸਵਾਦ ਦੇ ਕਾਰਨ। ਔਰ ਅੰਨ ਪਾਣੀ ਖਾਣਾ ਹੈ ਆਪਾਂ ਨੇ ਸਰੀਰ ਨੂੰ ਜਿਹੜਾ ਹੈਗਾ ਚਲਾਉਣ ਦੇ ਵਾਸਤੇ, ਸਰੀਰ ਦੇ ਵਾਸਤੇ ਖਾਣਾ ਹੈ, ਨਾ ਕਿ ਸਵਾਦ ਦੇ ਵਾਸਤੇ ਖਾਣਾ ਹੈ। ਬਸ ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਦੇਖੋ ਇੱਕਦਮ ਜਿਹੜਾ ਹੈਗਾ ਮਹਾਰਾਜ ਜਿਹੜੇ ਹੈਗੇ ਆ, ਇਹ ਧਿਆਨ ਸਿਮਰਨ ਜਿਹੜੇ ਹੈਗੇ, ਇਹ ਜਿਹੜੇ ਹੈਗੇ ਭਗਤੀ ਦੀ ਗੱਲ ਕਰਦੇ ਕਰਦੇ ਅੰਨ ਪਾਣੀ ਦੇ ਉੱਤੇ ਆ ਗਏ। ਉਨੀ ਦੁਨੀਆ ਤੋਂ ਕਿੰਨਾ ਇੰਪੋਰਟੈਂਟ ਹੈਗਾ। ਸਵਾਦ ਸਨਾਹ ਟੋਪ ਮਮਤਾ ਕੋ ਚਲਾਣਾ ਨਾ ਵੀਰ ਜੀ, ਜੰਤਰ ਨੂੰ ਚਲਾ ਕੇ ਰੱਖਣਾ। ਹਾਂ, ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਕਬੀਰ ਜੀ ਵੀ ਕਹਿੰਦੇ ਸਵਾਦ ਦੀ ਸਨਾਹ ਹੈਗੀ ਭਾਈ, ਇਹ ਸਵਾਦ ਦੀ ਸਨਾਹ ਨੂੰ ਹਟਾ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ, ਨਿਤ ਦੇਵੇਂ ਚੜੇ ਸਵਾਇਆ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਅਗਲੀ ਬਖਸ਼ਿਸ਼ ਬਹੁਤ ਹੀ ਕਹਿੰਦੇ ਆ ਔਰ ਚੜਾਈ ਹੁੰਦੀ ਹੈ। ਇਹ ਭਗਤੀ ਦੇ ਵਿੱਚ ਵਡਿਆਈ, ਵੱਡਾ ਪਾਇਆ, ਵਡਿਆਈ, ਆਹੀ ਵਡਿਆਈ ਹੈ ਭਾਈ। ਇਸੇ ਦੇ ਨਾਲ ਉਹ ਮਾਲਕ ਪਰਮਾਤਮਾ ਜਿਹੜਾ ਵੱਡਾ ਪ੍ਰਗਟ ਹੋ ਜਾਂਦਾ ਹੈ। ਹਾਂਜੀ 7 ਹੋ ਗਏ ਤੇ ਭੁੱਲਾਂ ਚੁੱਕਾਂ ਦੀ ਖਿਮਾ। ਤੇ ਇਹਦੇ ਵਾਸਤੇ ਜਿਹੜਾ ਹੈ ਨਾ, ਹੁਣ ਆਪਾਂ ਇੱਕ ਜਿਹੜਾ ਆਪਾਂ ਨੇ ਜਿਸ ਤਰ੍ਹਾਂ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰਨਾ ਹੈ, ਉਹਦੇ ਵਾਸਤੇ ਵੀ ਕਬੀਰ ਜੀ ਦਾ ਇੱਕ ਸ਼ਬਦ ਹੈਗਾ, ਪਹਿਲਾਂ ਵੀ ਕਈ ਵਾਰੀ ਲਿਆ ਆ। ਉਹਨੂੰ ਆਪਾਂ ਦੁਬਾਰਾ ਜਿਹੜਾ ਹੈਗਾ ਥੋੜ੍ਹਾ ਜਿਹਾ ਉਹਦੇ ਨਾਲ, ਕਿਉਂਕਿ ਇਹ ਬਹੁਤ ਹੀ ਜ਼ਰੂਰੀ ਜਿਹੜੀ ਹੈ ਇਹ ਧਿਆਨ ਸਿਮਰਨ ਦੇ ਵਾਸਤੇ ਜਿਹੜਾ ਹੈਗਾ, ਉਹਦੇ 'ਚੋਂ ਬਹੁਤ ਵੱਡੀ ਸੇਧ ਆਉਂਦੀ ਹੈ ਅਤੇ ਸ਼ਾਇਦ ਜਿਹੜਾ ਹੈਗਾ ਕੰਮ ਕਰੇ। ਗੌੜੀ ਇਹ 334 35 ਅੰਕ ਦੇ ਉੱਤੇ ਹੈਗਾ, ਗੌੜੀ ਰਾਗ ਦੇ ਵਿੱਚ 334 35। ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਇਹ ਜਿਹੜਾ ਹੈ ਨਾ ਧਿਆਨ ਸਿਮਰਨ ਆਪਾਂ ਨੇ ਹੁਣ ਜਿਹੜਾ ਹੈਗਾ ਸ਼ਬਦ ਅਭਿਆਸ ਕਰਨਾ ਹੈ, ਉਹਦੇ ਵਾਸਤੇ ਜਿਹੜਾ ਹੈਗਾ ਇਹ ਸ਼ਬਦ ਜਿਹੜਾ ਹੈਗਾ ਇਹਨੂੰ ਗਾਈਡ ਕਰਕੇ, ਇਹਨੂੰ ਜਿਹੜਾ ਆਪਣਾ ਬਿਲਕੁਲ ਗਾਈਡ ਬਣਾ ਲਈਏ ਆਪਾਂ, ਤੇ ਬਹੁਤ ਫਾਇਦਾ ਕਰ ਜਾਏਗਾ। ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਸੁਰਤ ਦਾ ਮਤਲਬ ਹੁੰਦਾ ਹੈ, ਸੁਰਤ ਦਾ ਮਤਲਬ ਸੁਣਨਾ, ਮਨ ਕੰਨਾਂ ਦਾ ਸੁਣਨਾ ਨਹੀਂ, ਮਨ ਦਾ ਸੁਣਨਾ। ਸੁਰਤ ਸਿਮਰਤ, ਸਿਮਰਤ ਦਾ ਮਤਲਬ ਹੁੰਦਾ ਸਮਰਨ ਕਰਨਾ, ਚੇਤੇ ਰੱਖਣਾ ਉਹ ਮਾਲਕ ਪਰਮਾਤਮਾ ਨੂੰ। ਸੁਰਤ ਤੇ ਮਾਲਕ ਨੂੰ ਚੇਤੇ ਰੱਖਣਾ ਵੀ ਮੈਂ ਇਕੱਲਾ ਨਹੀਂ ਹਾਂ, ਮਾਲਕ ਮੇਰੇ ਨਾਲ ਆ। ਆਹੀ ਭਗਤੀ ਹੈਗੀ ਭਾਈ। ਇਹ ਦੋ ਮੁੰਦਾਂ ਪਾਉਣੀਆਂ ਹੈ, ਸੁਰਤ ਸਿਮਰਤ। ਹਾਂਜੀ ਕੀ ਕਹਿ ਰਹੇ ਜੀ? ਤੁਹਾਡੀ ਆਵਾਜ਼ ਬੰਦ ਹੋ ਗਈ ਵੀਰ ਜੀ, ਮਾਈਕ ਬੰਦ ਹੋ ਗਿਆ ਤੁਹਾਡਾ। ਹਾਂਜੀ ਹਾਂਜੀ, ਇਹ ਭਗਤੀ ਦਾ ਮਤਲਬ, ਮੇਰਾ ਮਤਲਬ ਧਿਆਨ ਹੀ ਹੋ ਗਿਆ ਜੀ, ਧਿਆਨ ਨਾਲ। ਬਿਲਕੁਲ ਵੀਰ ਜੀ, ਥੋੜਾ ਜਿਹਾ ਜਿਹੜਾ ਸੁਰਤ ਦਾ ਮਤਲਬ ਹੁੰਦਾ ਹੈ ਸੁਣਨਾ। ਸੁਰਤ ਦਾ ਮਤਲਬ ਹੈ ਸੁਣਨਾ, ਧਿਆਨ ਹੀ ਸੁਣਨਾ ਹੈਗਾ, ਹੋਰ ਕੀ ਹੈ। ਤੁਸੀਂ ਜਿਹੜਾ ਹੈਗਾ ਨਹੀਂ ਸੁਣ ਰਹੇ ਤੇ ਤੁਹਾਡਾ ਧਿਆਨ ਕਿਹੜੇ ਪਾਸੇ ਨੂੰ ਹੈਗਾ? ਬਿਲਕੁਲ ਇੱਕੋ ਹੀ ਚੀਜ਼ ਹੈਗੀ ਆ, ਬਸ ਥੋੜਾ ਜਿਹਾ ਜਿਹੜਾ ਹੈਗਾ ਆਪਾਂ ਨੂੰ ਉਹਦਾ ਜਿਹੜਾ ਹੈਗਾ ਉਹ ਹੈਗਾ। ਸੁਰਤ ਦਾ ਮਤਲਬ ਆ ਬਈ ਅਟੈਂਸ਼ਨ। ਹਾਂ, ਅਟੈਂਸ਼ਨ। ਸੁਰਤ ਸਿਮਰਤ, ਸਿਮਰਤ ਮਤਲਬ ਜਿਹੜਾ ਹੈਗਾ ਯਾਦ ਕਰਨਾ। ਬਸ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਜਿਹੜਾ ਸੁਣਨਾ, ਮਾਲਕ ਪਰਮਾਤਮਾ ਨੂੰ ਸੁਣਨਾ। ਸੁਰਤ ਸਿਮਰਤ, ਸਮਰਨ ਕਰਨਾ। ਦੋਏ ਕੰਨੀ ਮੁੰਦਾਂ, ਪਰਮਿਤ ਬਾਹਰ ਖਿੰਥਾ। ਪਰਮਿਤ ਕਹਿੰਦੇ ਆ ਉਹ ਮਾਲਕ ਪਰਮਾਤਮਾ, ਮਿਤੀ ਨਹੀਂ ਹੈ ਉਹਦੀ ਮਾਲਕ ਪਰਮਾਤਮਾ ਦੀ, ਉਹ ਪਰਮਿਤ ਤੋਂ ਬਾਹਰ ਹੈਗਾ। ਉਹਨੂੰ ਹਮੇਸ਼ਾ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਹਦੀ ਗੋਦੜੀ ਓੜ ਕੇ ਰੱਖਣੀ ਹੈ। ਇਹ ਖਿੰਥਾ ਹੈਗੀ। ਸੁੰਨ ਗੁਫਾ ਮੇ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਕਹਿੰਦੇ ਸੁੰਨ ਗੁਫਾ ਦੇ ਵਿੱਚ ਆਸਣ ਤੇ ਬੈਸਣ, ਜਦ ਧਿਆਨ ਸਿਮਰਨ ਕਰਨਾ ਹੈ ਤੇ ਸੁੰਨ ਦੇ ਵਿੱਚ ਰਹਿਣਾ ਹੈ ਆਪਾਂ ਨੇ।
ਆਸਣ ਤੇ ਬੈਸਣ, ਆਸਣ ਵੀ ਤੇ ਬੈਠਣਾ ਵੀ ਉੱਥੇ, ਉਸ ਆਸਣ ਦੇ ਉੱਤੇ। ਕਲਪ ਵਿਵਰਜਿਤ ਪੰਥਾ, ਕਹਿੰਦੇ ਕਲਪਨਾ ਵਿਵਰਜਿਤ ਹੈਗੀ ਆ ਉੱਥੇ, ਜਿਹੜਾ ਹੈਗਾ ਵਿਚਾਰ ਵਿਵਰਜਿਤ ਹੈ। ਵਿਚਾਰਾਂ ਨੂੰ ਦੇਖਣਾ, ਵਿਚਾਰ ਨਹੀਂ ਲੈਣੇ ਆਪਾਂ ਨੇ, ਵਿਚਾਰ ਅਲਾਉਡ ਨਹੀਂ ਹੈਗੇ। ਸੁੰਨ ਗੁਫਾ ਦੇ ਵਿੱਚ ਆਸਣ ਲਾਉਣਾ ਹੈ, ਇਹ ਭਗਤੀ ਹੈਗੀ ਭਾਈ। ਸੁਣਨਾ ਹੈਗਾ, ਕਿਹਨੂੰ ਸੁਣਨਾ ਹੈਗਾ? ਸਮਰਨ ਕਰਨਾ, ਮਾਲਕ ਪਰਮਾਤਮਾ ਨੂੰ ਸੁਣਨਾ ਹੈਗਾ। ਬਸ ਜਦ ਵਿਚਾਰ ਬੰਦ ਕਰਾਂਗੇ, ਮਾਲਕ ਸੁਣੇਗਾ, ਮਾਲਕ ਦੀ ਆਵਾਜ਼ ਸੁਣੇਗੀ ਆਪਾਂ ਨੂੰ। ਸੁਰਤ, ਉਹਦੇ ਵਿੱਚ ਸੁਰਤ ਆਪਣੀ ਲਗਾਉਣੀ ਹੈ ਆਪਾਂ ਨੇ, ਉਹਦੇ ਵਿੱਚ ਧਿਆਨ ਲਗਾਉਣਾ ਹੈ। ਸੁਰਤ ਸਿਮਰਤ ਦੋਹੇ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਸੁਨ ਗੁਫਾ में आसन बैसन, कल्प विवर्जित पंथा। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨ ਸੋਗ ਵਿਯੋਗੀ ਰਹਾਓ। ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦਾ ਵਿਯੋਗ ਪੈਦਾ ਹੁੰਦਾ ਹੈ ਭਾਈ, ਉਹਦਾ ਜੋਗੀ ਬਣ ਜਾਂਦਾ ਹੈ। ਮੈਂ ਤੇਰਾ ਜੋਗੀ ਹਾਂ ਮੇਰੇ ਰਾਜਨ। ਉਹ ਫਿਰ ਜਿਹੜਾ ਇਸ ਤਰ੍ਹਾਂ ਜਿਹੜਾ ਹੈਗਾ ਆਹ ਕਾਰਵਾਈ ਕਰਦਾ ਆ, ਆਹ ਧਿਆਨ ਸਿਮਰਨ, ਆਹ ਜਿਹੜੀ ਦਵਾਈ ਲੈਂਦਾ ਆ, ਉਹ ਫਿਰ ਜਨਮ ਮਰਨ ਦੇ ਗੇੜ 'ਚ ਨਹੀਂ ਆਉਂਦਾ, ਸੋਗ ਵਿਯੋਗ 'ਚ ਨਹੀਂ ਰਹਿੰਦਾ। ਉਹਨੂੰ ਵਿਯੋਗ ਨਹੀਂ ਹੁੰਦਾ ਮਾਲਕ ਪਰਮਾਤਮਾ ਦਾ। ਉਹ ਤਾਂ ਮਾਲਕ ਜਿਹੜਾ ਹੈ ਉਹਦੇ ਅੰਗ ਸੰਗ ਹੈ, ਮਾਲਕ ਨੂੰ ਤਾਂ ਸੁਣ ਰਿਹਾ ਹੈ ਉਹ। ਮਰਤ ਨਾ ਸੋਗ ਵਿਯੋਗੀ ਰਹਾਓ। ਔਰ ਕਿਹਨੂੰ ਸੁਣਦਾ ਹੈ? ਖੰਡ ਬ੍ਰਹਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਉਹ ਤਾਂ ਨਾਦ ਜਿਹੜਾ ਹੈਗਾ ਖੰਡਾਂ ਬ੍ਰਹਮੰਡਾਂ ਦੇ ਵਿੱਚ ਚੱਲ ਰਿਹਾ ਹੈ, ਉਹ ਤਾਂ ਬੰਦ ਹੀ ਨਹੀਂ ਹੁੰਦਾ, ਉਹਨੂੰ ਸੁਣਦਾ ਹੈ ਜਿਹੜਾ। ਜਦ ਆਪਣਾ ਸ਼ੋਰ ਮਨ ਦਾ ਬੰਦ ਹੋਇਆ, ਜਦ ਵਿਚਾਰਾਂ ਦਾ ਸ਼ੋਰ ਖਤਮ ਹੋਇਆ, ਤੇ ਉਹ ਨਾਦ ਆਟੋਮੈਟਿਕਲੀ ਪ੍ਰਗਟ ਹੋਣਾ ਹੈ, ਲਾਜ਼ਮੀ ਹੈਗਾ, ਕੋਈ ਰੋਕ ਨਹੀਂ ਸਕਦਾ ਉਹਨੂੰ। ਖੰਡ ਬ੍ਰਹਮੰਡ ਮੈਂ ਸਿੰਘੀ, ਮੇਰਾ ਬਟੂਆ। ਸਿੰਘੀ ਸਿੰਘ ਵਜਾਉਂਦੇ ਸੀ ਜੋਗੀ ਲੋਕ, ਜਿਹੜੇ ਭਗਤੀ ਕਰਨ ਤੋਂ ਪਹਿਲਾਂ ਸਿੰਘ ਵਜਾਉਂਦੇ ਸੀ। ਉਹ ਕਹਿੰਦੇ ਮੇਰੀ ਸਿੰਘੀ ਖੰਡਾਂ ਬ੍ਰਹਮੰਡਾਂ 'ਚ ਵੱਜ ਰਹੀ ਹੈ, ਉਹ ਮਾਲਕ ਪਰਮਾਤਮਾ ਦੀ, ਉਹ ਵਜਾ ਰਿਹਾ ਹੈ। ਖੰਡ ਬ੍ਰਹਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਔਰ ਬਟੂਆ ਕੀ ਹੈ? ਸਵਾਹ ਜਿਹੜੀ ਹੈ ਮੇਰੀ ਕੀ ਹੈ? ਸਾਰਾ ਸੰਸਾਰ ਜਿਹੜਾ ਹੈਗਾ ਇਹ ਛਲ ਹੈ, ਧੋਖਾ ਹੈ, ਟਰੈਪ ਹੈ, ਭਸਮ ਹੈਗੀ। ਤਾੜੀ ਲਾਗੀ ਤ੍ਰਿਫਲ ਪਲਟੀ ਹੈ, ਛੂਟੇ ਹੋਏ ਪਸਾਰੀ। ਇਸ ਤਰੀਕੇ ਦੇ ਨਾਲ ਫਿਰ ਤਾੜੀ ਲੱਗ ਜਾਂਦੀ ਹੈ, ਆਟੋਮੈਟਿਕਲੀ ਜਿਹੜਾ ਹੈਗਾ ਵਿਚਾਰ ਮੰਡਲ ਕ੍ਰਾਸ ਕਰ ਜਾਂਦਾ ਹੈ। ਤਾੜੀ ਲਾ ਗਈ ਤ੍ਰਿਪਲ ਪਲਟੀ ਹੈ, ਮਾਇਆ ਜਿਹੜੀ ਹੈਗੀ ਤ੍ਰਿਗੁਣੀ ਮਾਇਆ ਜਿਹੜੀ ਹੈ ਪਲਟ ਜਾਂਦੀ ਹੈ, ਮਾਇਆ ਪਲਟ ਜਾਂਦੀ ਹੈ। ਤਾੜੀ ਲਾ ਗਈ ਤ੍ਰਿਪਲ ਪਲਟੀ ਹੈ, ਛੂਟੇ ਹੋਏ ਪਸਾਰੀ। ਔਰ ਇਨਸਾਨ ਜਿਹੜਾ ਹੈਗਾ ਦੁਨੀਆ ਦੇ ਵਿੱਚ ਘਰ ਗ੍ਰਸਤੀ ਦੇ ਵਿੱਚ ਪਸਾਰੇ ਦੇ ਵਿੱਚ ਰਹਿੰਦੇ ਹੋਏ ਤੇ ਛੁੱਟ ਜਾਂਦਾ ਹੈ ਭਾਈ, ਅੰਦਰੋਂ ਛੁੱਟ ਜਾਂਦਾ ਹੈ। ਮਹਿੰਦਰ ਜੀ ਤੁਹਾਡਾ ਬੰਦ ਕਰ ਦੇਣਾ ਜੀ ਮਾਈਕ। ਹਾਂਜੀ। ਤਾੜੀ ਲਾ ਗਈ ਤ੍ਰਿਪਲ ਪਲਟੀ ਹੈ, ਛੂਟੇ ਹੋਏ ਪਸਾਰੀ। ਮਨ ਪਵਨ ਦੋਏ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਕਹਿੰਦੇ ਮਨ ਔਰ ਪਵਨ, ਪਵਨ ਹੈਗੇ ਸਵਾਸ ਆਪਣੇ। ਇਹ ਸਵਾਸਾਂ ਦਾ ਤੇ ਮਨ ਦਾ ਬਹੁਤ ਰੋਲ ਹੈਗਾ ਇਹਦੇ ਵਿੱਚ। ਸਵਾਸ ਜਿਹੜੇ ਹੈਗੇ ਇੱਕਦਮ ਸਵਾਸ ਘਟ ਜਾਣੇ ਆ, ਮਨ ਜਿਹੜਾ ਹੈਗਾ ਪੂਰਾ ਦਾ ਪੂਰਾ ਜਦ ਜੁੜ ਗਿਆ ਤੇ ਸਵਾਸ ਜਿਹੜੇ ਆ ਆਪਾਂ ਨੂੰ ਪਤਾ ਹੀ ਨਹੀਂ ਲੱਗਣੇ ਸਵਾਸ ਆ ਰਹੇ ਕਿ ਨਹੀਂ ਆ ਰਹੇ। ਮਨ ਪਵਨ ਦੋਏ ਤੁੰਬਾ ਕਰੀ ਹੈ। ਇਹ ਜਿਹੜੇ ਹੈਗੇ ਉਹ ਜਿਹੜੇ ਆ ਕਹਿੰਦੇ ਜਿਹੜਾ ਇਹ ਜਿਹੜੀ ਵੀਣਾ ਜਿਹੜੀ ਹੈਗੀ ਆ, ਇਹ ਜਿਹੜੀ ਸਿੰਗੀ ਜਿਹੜੀ ਵੱਜ ਰਹੀ ਆ, ਇਹ ਕਿਵੇਂ ਵੱਜ ਰਹੀ ਹੈ? ਕਹਿੰਦੇ ਮਨ ਔਰ ਸਵਾਸ ਦੋਨਾਂ ਨੂੰ ਤੁੰਬਾ ਬਣਾਇਆ, ਤੁੰਬੀ ਬਣਾਇਆ। ਜੁਗ ਜੁਗ ਸਾਰਦ ਸਾਜੀ। ਔਰ ਇਹ ਜਿਹੜੀ ਹੈਗੀ ਇਹ ਸਾਰਦ, ਇਹ ਸਾਰਦਾ, ਇਹ ਵੀਣਾ, ਇਹ ਤੁੰਬੀ ਕਹਿੰਦੇ ਇਹ ਜੁਗ ਜੁਗ ਤੱਕ ਹੈਗੀ ਆ, ਹਮੇਸ਼ਾ ਦੇ ਵਾਸਤੇ ਹੈਗੀ ਆ, ਹਮੇਸ਼ਾ। ਮਨ ਪਵਨ ਦੋਏ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਥਿਰ ਭਈ ਤੰਤੀ ਟੁੱਟਸ ਨਾਹੀ, ਅਨਹਦ ਕਿੰਗਰੀ ਬਾਜੀ। ਇਸ ਤਰ੍ਹਾਂ ਕਹਿੰਦੇ ਆ, ਥਿਰ ਹੋ ਗਈ, ਕੋਈ ਵਿਚਾਰ ਨਹੀਂ ਹੈਗਾ, ਇਹ ਤਾਂ ਵੱਜੀ ਜਾ ਰਹੀ ਹੈ। ਇਹ ਥਿਰ ਭਈ ਤੰਤੀ ਟੁੱਟਸ ਨਾਹੀ, ਹੁਣ ਨਹੀਂ ਟੁੱਟਦੀ ਪਾਈ। ਅਨਹਦ ਕਿੰਗਰੀ ਬਾਜੀ ਕਹਿੰਦੇ ਉਹ ਅਨਹਦ ਜਿਹੜੀ ਹੈਗੀ ਆ ਸ਼ਬਦ, ਉਹ ਅਨਹਦ ਕਿੰਗਰੀ ਵੱਜੀ ਜਾ ਰਹੀ ਹੈ। ਸੁਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਇਹਨੂੰ ਸੁਣ ਕੇ ਮਨ ਸੁਣਦਾ ਹੈ, ਮਨ ਮਗਨ ਹੋ ਜਾਂਦਾ ਹੈ ਪੂਰਾ ਦਾ ਪੂਰਾ। ਮਾਇਆ ਜਿਹੜੀ ਹੈਗੀ, ਵਿਚਾਰ ਜਿਹੜੇ ਹੈਗੇ ਆ ਉਹ ਨਹੀਂ ਹੁਣ ਡੁਲਾ ਸਕਦੇ ਅਭਿਆਸੀ ਨੂੰ। ਹੁਣ ਵਿਚਾਰ ਮੰਡਲ ਕ੍ਰਾਸ ਕਰ ਗਿਆ,
ਮਾਇਆ ਡੋਲ ਨਾ ਲੱਗੀ। ਮਾਇਆ ਦੀ ਡੋਲ ਨਹੀਂ ਲੱਗਦੀ ਹੁਣ ਇਹਨੂੰ। ਕਹੋ ਕਬੀਰ ਤਾਂ ਕੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ। ਕਬੀਰ ਜੀ ਕਹਿੰਦੇ ਉਹਨੂੰ ਕਾਹਦਾ ਜਨਮ ਮਰਨ ਗੇੜਾ ਹੈ? ਕਹਿੰਦੇ ਉਹਨੂੰ ਦੁਬਾਰਾ ਕੋਈ ਜਨਮ ਨਹੀਂ ਹੈਗਾ ਪਾਏ, ਜਿਹੜਾ ਆ ਖੇਡ ਕੇ ਚਲਾ ਗਿਆ। ਆ ਬੈਰਾਗੀ, ਆ ਜੋਗੀ ਜਿਹੜਾ ਹੈਗਾ, ਜਿਹੜਾ ਆ ਜੋਗ ਕਰ ਗਿਆ, ਉਹਨੂੰ ਦੁਬਾਰਾ ਜਨਮ ਮਰਨ ਨਹੀਂ ਹੈਗਾ। ਜੀ ਹੁਣ ਆਪਾਂ ਜਿਹੜਾ ਹੈਗੇ ਸ਼ਬਦ ਅਭਿਆਸ ਸ਼ੁਰੂ ਕਰਾਂਗੇ ਅਤੇ ਉਹਦੇ ਲਈ ਆਹੀ ਚੀਜ਼ ਕਰਨੀ ਆ, ਸੁਰਤ ਸਿਮਰਤ। ਆਪਣਾ ਜਿਹੜਾ ਹੈਗੇ ਸੁਰਤੀ ਜਿਹੜੀ ਹੈਗੀ ਆ ਉਹਨੂੰ ਆਪਾਂ ਨੇ ਪਰਮਾਤਮਾ ਦੇ ਸਮਰਨ ਦੇ ਵਿੱਚ ਲਗਾ ਦੇਣਾ ਹੈ ਬਸ। ਵਾਹਿਗੁਰੂ